ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ, ਆਵਾਜ਼ ਸਾਫ਼ ਆ ਰਹੀ है गुरुमुखो? हाँ जी वाहिगुरू जी, ਤੁਹਾਡੀ ਆਵਾਜ਼ ਬਿਲਕੁਲ ਕਲੀਅਰ ਆ ਰਹੀ ਹੈ। ਗੁਰੂ ਪਿਆਰਿਓ, ਇਸ ਵਿਧੀ ਦੇ ਨਾਲ ਹੀ ਆਪਾਂ ਸਾਰਿਆਂ ਨੇ ਅਕਾਲ ਪੁਰਖ ਪ੍ਰਮਾਤਮਾ ਨੂੰ ਸਵਾਸ ਗ੍ਰਾਸ ਸਿਮਰਨ ਦੀ ਵਿਧੀ ਦੇ ਰਾਹੀਂ ਅਕਾਲ ਪੁਰਖ ਪ੍ਰਮਾਤਮਾ ਨੂੰ ਆਪਾਂ ਨੇ ਬੁਲਾਣਾ ਹੈ, ਚੇਤਾ ਕਰਨਾ ਹੈ, ਸਿਮਰਨ ਕਰਨਾ ਹੈ, ਵਿਚਾਰਾਂ ਤੋਂ ਆਪਣੇ ਮਨ ਨੂੰ ਰਹਿਤ ਕਰਨਾ ਹੈ। ਜਿਵੇਂ ਕਿ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਗੁਰੂ ਦੇ ਵਿੱਚ ਸੋਝੀ ਦੀ ਗਈ। ਸਭ ਤੋਂ ਪਹਿਲਾ ਸੋਝੀ ਸੇ ਸਿਮਰੇ ਜਿਨ ਆਪ ਸਿਮਰਾਏ। ਇਹਨੇ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਉਹ ਹੀ ਸਿਮਰ ਸਕਦੇ ਹੈ ਜਿਨ੍ਹਾਂ ਤੋਂ ਉਹਦੀ ਨਦਰ ਹੋ, ਜਿਸ ਤੇ ਉਹ ਖੁਸ਼ ਹੋ। ਉਹ ਹੀ ਅਕਾਲ ਪੁਰਖ ਪ੍ਰਮਾਤਮਾ ਨੂੰ ਆਪਣੀ ਰਸਨਾ ਦੇ ਦੁਆਰਾ ਯਾਦ ਕਰ ਸਕਦਾ ਹੈ। ਉਸ ਤੋਂ ਬਾਅਦ ਗੁਰਮੁਖੋ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸੋਝੀ ਦੀ ਗਈ ਕਿ ਆਪਾਂ ਸਾਰਿਆਂ ਨੇ ਹੀ ਆਪਣੇ ਅੰਤਰਗਤ ਆਪਣੇ ਮਨ ਦੀ ਖੋਜ ਕਰਨੀ ਹੈ, ਆਪਣੇ ਅੰਦਰ ਉਤਰਨਾ ਹੈ ਸਵਾਸ ਗ੍ਰਾਸ ਸਿਮਰਨ ਦੀ ਵਿਧੀ ਦੇ ਰਾਹੀਂ। ਜਿਵੇਂ ਕਿ ਅੱਜ ਤੱਕ ਇੰਨਾ ਲੰਬਾ ਸਮੇਂ ਹੋ ਗਿਆ ਆਪਾਂ ਅਕਾਲ ਪੁਰਖ ਪ੍ਰਮਾਤਮਾ ਨੂੰ ਕਿਰਿਆ ਕਲਾਪਾਂ ਆਡੰਬਰਾਂ ਦੇ ਵਿੱਚ ਖੋਜਦੇ ਹੋਏ ਕਾਫੀ ਆਪਣਾ ਸਮਾਂ ਬਰਬਾਦ ਕਰ ਚੁੱਕੇ हैं, ਸੋਝੀ ਨਾ ਹੋਣੇ ਦੇ ਕਾਰਨ। ਹੁਣ ਆਪਾਂ ਸਾਰੇ ਹੀ ਜੀਵ ਬਹੁਤ ਬਹੁਤ ਸਾਡੇ ਪਾਸ ਸ਼ਬਦ ਨਹੀਂ ਹੈਗੇ, ਇਤਨੇ ਬੜਭਾਗੀ ਹੈ ਜਿਨ੍ਹਾਂ ਨੂੰ ਸੱਚ ਦੀ ਸੰਗਤ, ਸਾਧ ਸੰਗਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰੈਕਟੀਕਲੀ ਗਿਆਨ, ਅਕਥ ਦਾ ਗਿਆਨ, ਜੋ ਬਹੁਤ ਹੀ ਸਤਿਕਾਰਯੋਗ ਗੁਰਮੁਖ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਵਾਲਾ ਅਕਾਲ ਪੁਰਖ ਪਰਮਾਤਮਾ ਜੀ ਦੇ ਵਰਸਾਏ ਮੁਖ, ਜਿਨ੍ਹਾਂ ਦੇ ਦੁਆਰਾ ਆਪਾਂ ਨੂੰ ਇਹ ਮਾਰਗ ਦਰਸ਼ਨ ਮਿਲਾ। ਪਰ ਉਹਨਾਂ ਦੇ ਹੀ ਵਰਸਾਏ ਹੋਏ ਗੁਰਮੁਖ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਜੀ ਦੇ ਵਰਸਾਏ ਹੋਏ ਗੁਰਮੁਖ ਭਾਈ ਸਾਹਿਬ ਭਾਈ ਧਰਮਜੀਤ ਸਿੰਘ ਜੀ, ਜਿਨ੍ਹਾਂ ਦੇ ਰਾਹੀਂ ਆਪਾਂ ਨੂੰ ਅਕਥ ਦਾ ਗਿਆਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗਿਆਨ, ਜਿਵੇਂ ਕਿ ਗੁਰਮੁਖ ਨੂੰ ਗੁਰਮੁਖੋ ਦੁਭਾਸ਼ੀਆ ਬੋਲਾ ਜਾਂਦਾ ਹੈ, ਕਿਉਂਕਿ ਉਹ ਲੋਕ ਦੀ ਭਾਸ਼ਾ ਵੀ ਜਾਣਦਾ ਹੈ ਔਰ ਪਰਲੋਕ ਦੀ ਵੀ। ਤੇ ਉਹਨਾਂ ਦੀ ਰਸਨਾ ਤੋਂ ਆਪਾਂ ਤੱਕ ਆ ਕਥ ਦਾ ਗਿਆਨ ਆਇਆ ਤੇ ਉਹਨਾਂ ਦੇ ਹੀ ਥਰੂ ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਥਰੂ, ਫਿਰ ਉਹਨਾਂ ਦੇ ਸਾਜੇ ਨਿਵਾਜੇ ਹੋਏ ਗੁਰਮੁਖ ਭਾਈ ਸਾਹਿਬ ਭਾਈ ਧਰਮਜੀਤ ਸਿੰਘ ਜੀ ਦੇ ਵੱਲੋਂ ਆਪਾਂ ਸਾਰੇ ਹੀ ਬਹੁਤ ਬਹੁਤ ਬੜਭਾਗੀ ਹੈ ਜੋ ਕਿ ਅਕਥ ਦਾ ਗਿਆਨ ਦ੍ਰਿੜ ਕਰਦੇ ਹੋਏ, ਜੋ ਮਾਲਿਕ ਦੇ ਹੁਕਮ ਦੇ ਵਿੱਚ ਰਹਿੰਦੇ ਹੋਇਆ ਉਹਨਾਂ ਨੇ ਗੁਰਮਤ ਮੈਡੀਟੇਸ਼ਨ, ਸਚਨਾਓ ਵਡਿਆਈ ਵਿਚਾਰ ਥਾਤੋ ਅਕਥ ਦਾ ਗਿਆਨ ਦ੍ਰਿੜ ਸੰਗਤ ਨੂੰ ਕਰਾ ਰਹੇ ਹੈ। ਉਸ ਹੀ ਸਾਧ ਸੰਗਤ ਦੇ ਆਪਾਂ ਸਾਰੇ ਹੀ ਜਿੰਨੇ ਵੀ ਆਪਾਂ ਸਾਧ ਸੰਗਤ ਦੇ ਵਿੱਚ ਇਕੱਠੇ ਹੁੰਦੇ ਹਾਂ, ਆਪਾਂ ਸਾਰੇ ਹੀ ਉਹਦੇ ਭੋਗੀ ਹੈ। ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਸੰਗਤ ਹੈ ਉਹ ਕੋਈ ਗਿਣਤੀ ਮਿੰਤੀ ਦੇ ਵਿੱਚ ਨਹੀਂ ਹੈਗੀ। ਆਲ ਵਰਲਡ ਦੇ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਫਰਮਾਨ ਕਰਦੀ ਹੈ। ਉਹਦੇ ਵਿੱਚ ਕੋਈ ਵਰਣ, ਕੋਈ ਕਾਸਟ, ਕੋਈ ਭੇਦਭਾਵ ਦੀ ਭਾਵਨਾ ਨਹੀਂ ਹੈ। ਉਹਦੇ ਵਿੱਚ ਸਿਰਫ ਔਰ ਸਿਰਫ ਇੱਕ ਮਨ ਬੱਚੇ ਦੇ ਮਨ ਦੀ ਕਹਾਣੀ, ਇੱਕ ਉਸ ਮਨ ਦੀ ਕਹਾਣੀ, ਉਸ ਮਨ ਬੱਚੇ ਦੀ ਕਹਾਣੀ ਜੋ ਅਕਾਲ ਪੁਰਖ ਪਰਮਾਤਮਾ ਦੇ ਘਰ ਤੇ ਸਵਾਸਾ ਰੂਪੀ ਧਨ ਮਾਨੁਖ ਜਾਮਾ ਲੈ ਕੇ ਸੰਸਾਰ ਦੇ ਵਿੱਚ ਆਇਆ ਹੈ। ਉਹਨੂੰ ਵਾਰੀ ਮਿਲੀ ਹੈ ਅਕਾਲ ਪੁਰਖ ਪਰਮਾਤਮਾ ਦੇ ਘਰ ਵਾਪਸ ਮੁੜਨ ਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਸੋਝੀ ਦਿੰਦੇ ਹੈ ਕਿ ਜੋ ਵੀ ਆਪਾਂ ਅਕਾਲ ਪੁਰਖ ਪਰਮਾਤਮਾ ਦੇ ਘਰ ਤੋਂ ਸਵਾਸਾ ਰੂਪੀ ਧਨ ਲੈ ਕੇ ਆਏ ਹੈ, ਉਹਦਾ ਆਪਾਂ ਨੇ ਇੱਕ ਇੱਕ ਸਵਾਸ ਦਾ ਹਿਸਾਬ ਦੇਣਾ ਪੜੂਗਾ। ਕਿਉਂਕਿ ਆ ਕੋਈ
ਨੋਰਮਲੀ ਦਾਤ ਨਹੀਂ ਹੈਗੀ, ਆ ਬਹੁਤ ਅਨਮੋਲ ਦਾਤ ਹੈ, ਸਵਾਸਾ ਰੂਪੀ ਧਨ, ਜਿਹਦਾ ਕਿ ਆਪਾਂ ਨੂੰ ਭੇਦ ਨਹੀਂ ਥਾ। ਜਬ ਤੱਕ ਕਿ ਆਪਾਂ ਸਾਧ ਸੰਗਤ ਦੇ ਵਿੱਚ ਨਹੀਂ ਆਏ ਥੇ, ਆਪਾਂ ਨੂੰ ਭੇਦ ਨਹੀਂ ਥਾ, ਆਪਾਂ ਵਿਅਰਥ ਹੀ ਇਹਨੂੰ ਕਾਲ ਦੇ ਲੜ ਲੱਗੇ ਖਰਚ ਕਰੀ ਜਾ ਰਹੇ ਥੇ। ਹੁਣ ਆਪਾਂ ਨੂੰ ਅਕਥ ਦਾ ਗਿਆਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵੱਲੋਂ ਦਿਆ ਜਾਂਦਾ ਹੈ, ਔਰ ਇੱਕ ਸੋਝੀ ਦੀ ਜਾਂਦੀ ਹੈ ਕਿ ਆਸਵਾਸਾ ਰੂਪੀ ਧਨ ਦੀ ਸੰਭਾਲ ਕਰੋ। ਉਹ ਕਹਿੰਦੇ ਕਿ ਅਗਰ ਆਪਾਂ ਅੰਨੂੰ ਸੰਭਾਲਣੇ ਚ ਕਾਮਯਾਬ ਹੋ ਗਏ, ਇਹਦਾ ਪ੍ਰਯੋਗ ਕਰਨਾ ਸਿੱਖ ਗਏ, ਇਹਦੇ ਦੁਆਰਾ ਵਪਾਰ ਕਰਨਾ ਸਿੱਖ ਗਏ, ਆਪਾਂ ਬੰਜਾਰੇ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਗੁਰੂ ਦੇ ਵਿੱਚ ਆਪਾਂ ਨੂੰ ਬੰਜਾਰੇ ਦੀ ਪਦਵੀ ਦੀ ਗਈ ਹੈ ਕਿ ਨਾਮ ਦਾ ਬੜਜ ਕਰਨਾ ਹੈ। ਨਾਮ ਦੇ ਰਾਹੀਂ, ਹੁਕਮ ਦੇ ਰਾਹੀਂ ਕਾਰ ਕਮਾਣੀ ਹੈ। ਹੁਕਮ ਦੇ ਵਿੱਚ ਰਹਿੰਦੇ ਹੋਇਆਂ ਤ੍ਰਿਲੋਕੀ ਦੇ ਵਿੱਚ, ਤ੍ਰੈ ਗੁਣਾ ਦੇ ਵਿੱਚ, ਜਿਹਦੇ ਵਿੱਚ ਆਪਾਂ ਲੋਕ ਬੋਲਦੇ हैं, ਜਿਹਨੂੰ ਉਹਦੇ ਵਿੱਚ ਵਿਚਰਨਾ ਹੈ। ਆਪਾਂ ਪਿਛਲਾ ਆਪਣਾ समय ਕੱਢ ਕੇ ਦੇਖੋ, ਪਿੱਛੇ ਨਜ਼ਰ ਮਾਰ ਕੇ ਦੇਖੋ, ਤੇ ਵਾਹਿਗੁਰੂ ਆਪਾਂ ਨੂੰ ਤਾਂ ਭੇਦ ਹੀ ਨਹੀਂ ਥਾ ਕਿ ਹੁਕਮ ਕੀ ਹੈ। ਹੁਕਮ ਆਪਾਂ ਸੋਚਦੇ ਥੇ ਦਾਨ ਪੁੰਨ ਕਰਨਾ, ਦਇਆ ਚ ਰਹਿਣਾ, ਨਰਮਤਾ ਚ ਰਹਿਣਾ, ਜਤ ਸਤ ਦੇ ਵਿੱਚ ਰਹਿਣਾ, ਸਦੋ ਗੜੀ ਹਟ ਤੋਂ ਵਿਚਰਨੇ ਨੂੰ ਆਪਾਂ ਸੋਚਦੇ ਥੇ ਕਿ ਆਪਾਂ ਹੁਕਮ ਚ ਹੈ। ਜਬਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਨੇ ਸਾਨੂੰ ਸੋਝੀ ਦੀ ਕਿ ਹੁਕਮ ਤ੍ਰੈ ਗੁਣਾ ਦੇ ਵਿੱਚ ਨਹੀਂ ਹੈਗਾ। ਹੁਕਮ ਤਾਂ ਚੌਥੇ ਪਦ ਦੇ ਵਿੱਚ ਹੈ। ਜਿਨ ਤਿੰਨ ਹਟਾਂ ਤੋਂ ਆਪਾਂ ਅੱਜ ਤੱਕ ਵਪਾਰ ਕਰਦੇ ਰਹੇ, ਰਜਗੁਣ, ਤਮਗੁਣ, ਸਤਗੁਣ, ਇਹਨਾਂ ਨੂੰ ਹੀ ਆਪਾਂ ਸੱਚ ਮੰਨਦੇ ਹੋਏ ਆਪਣਾ ਸਵਾਸਾ ਰੂਪੀ ਧਨ ਵਿਅਰਥ ਹੀ ਖਰਚ ਕਰਦੇ ਰਹੇ। ਸਦੋ ਗੁਣੀ ਹਟ ਤੋਂ ਜੋ ਆ ਗਿਆ, ਰਜੋ ਤੇ ਸਤੋ ਦੇ ਵਿੱਚ ਜੋ ਆਇਆ, ਉਹਨੂੰ ਇਹ ਫੀਲ ਹੋਇਆ ਕਿ ਮੈਂ ਭਗਤੀ ਕਰਨ ਲਗਾ, ਕਿ ਮੈਂ ਜੋ ਕਮਾਨਾ ਹਾਂ ਉਹਦੇ ਵਿੱਚ ਤੇ 10ਵਾਂ ਅੰਸ਼ ਦਾਨ ਕਰਦਾ ਹਾਂ, ਮੈਂ ਗਰੀਬਾਂ ਤੋਂ ਦਇਆ ਕਰਦਾ ਹਾਂ। ਆਪਣਾ ਇੱਕ ਲੌਜਿਕ ਬਣਾ ਲਿਆ, ਆਪਣਾ ਇੱਕ ਸਿਸਟਮ ਬਣਾ ਲਿਆ। जबकि गुरु ग्रंथ साहब महाराज जी सोझी देने हैं, दान पुण्य जो बीज दे सब धर्म राय के जाई। गुरमुखो ਆਪਾਂ ਨਜ਼ਰ ਮਾਰ ਕੇ ਦੇਖੋ, ਅਗਰ ਦਾਨ ਪੁੰਨ ਦੇ ਜ਼ਰੀਏ ਤੇ ਤਰਜਾਏ ਕਰਦੇ ਤੇ ਵਾਹਿਗੁਰੂ ਅਮੀਰ ਤਰ ਜਾਂਦੇ, ਗਰੀਬ ਰਹਿ ਜਾਂਦੇ। ਤੇ ਅਕਾਲ ਪੁਰਖ ਪਰਮਾਤਮਾ ਭੇਦਭਾਵ ਨਹੀਂ ਕਰਦਾ। ਜੋ ਅਮੀਰ ਲੋਕ ਹੁੰਦੇ, ਜਿਨ੍ਹਾਂ ਦੇ ਕੋਲ ਮਾਇਆ ਹੁੰਦੀ, ਦ੍ਰਿਸ਼ਟਮਾਨ ਮਾਇਆ ਦੀ ਆਪਾਂ ਬਾਤ ਕਰਦੇ ਹੈ, ਜਿਨ੍ਹਾਂ ਦੇ ਕੋਲ ਉਹ ਜ਼ਿਆਦਾ ਹੁੰਦੀ ਤੇ ਉਹ ਸੌਖੇ ਤਰ ਜਾਂਦੇ, ਔਰ ਜੋ ਗਰੀਬ ਹੁੰਦੇ ਦ੍ਰਿਸ਼ਟਮਾਨ ਰੂਪ ਦੇ ਵਿੱਚ, ਜੋ ਦਾਨ ਪੁੰਨ ਕਰਨ ਦੇ ਕਾਬਿਲ ਨਹੀਂ, ਤੇ ਵਾਹਿਗੁਰੂ ਉਹ ਡੁੱਬ ਜਾਂਦੇ। ਤੇ ਗੁਰੂ ਨਾਨਕ ਜੀ ਦੇ ਘਰ ਨੇ ਇੱਕ ਬਹੁਤ ਹੀ ਪਿਆਰ ਦੇ ਨਾਲ ਸੁਝਾਅ ਦਿਆ ਕਿ ਦ੍ਰਿਸ਼ਟਮਾਨ ਦੇ ਵਿੱਚ ਆਪਾਂ ਭਾਵੇਂ ਇੱਕ ਦੂਜੇ ਦੀ ਮਦਦ ਕਰਦੇ ਹੈ, ਉਹ ਬਹੁਤ ਹੀ ਅੱਛੀ ਗੱਲ ਹੈ। ਲੰਗਰ ਦਿੰਨੇ ਹੈ, ਇੱਕ ਦੂਜੇ ਨੂੰ ਮਿਲ ਵਟ ਕੇ ਖਾਣੇ ਹੈ, ਇੱਕ ਦੂਜੇ ਤੇ ਪ੍ਰੇਮ ਕਰਦੇ ਹੈ, ਉਹ ਸਦੋ ਗੁਣੀ ਹਟ ਦੀ ਵਿਚਾਰ ਹੈ। ਲੇਕਿਨ ਜਿਸ ਹਟ ਤੋਂ ਸਾਡੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਚੱਲ ਰਿਹਾ ਹੈ, ਹੁਕਮ ਚੱਲ ਰਿਹਾ ਹੈ, ਵਾਹਿਗੁਰੂ ਉਸ ਹਟ ਤੱਕ ਆਪਾਂ ਅਜੇ ਤੱਕ ਪਹੁੰਚ ਹੀ ਨਹੀਂ ਪਾਏ। ਹੁਣ ਆਪਾਂ ਨੂੰ ਅਕਥ ਦਾ ਗਿਆਨ, ਪ੍ਰੈਕਟੀਕਲੀ ਗਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੁਆਰਾ ਖੋਲ ਕੇ, ਗੁਰਮੁਖਾਂ ਨੇ, ਜੋ ਗੁਰਮੁਖ ਅਕਾਲ ਪੁਰਖ ਪਰਮਾਤਮਾ ਨੇ ਵਰਸਾਏ, ਉਹਨਾਂ ਨੇ ਖੋਲ ਕੇ ਦਿਆ। ਕਹਿੰਦੇ ਤੁਸੀਂ ਇੱਥੇ ਦੇ ਵਾਸੀ ਨਹੀਂ ਹੋ, ਭਾਵੇਂ ਇੱਥੇ ਤੁਸੀਂ ਕਿਤਨੇ ਹੀ ਕਿਰਿਆ ਕਲਾਪ ਕਰੀ ਜਾਓ, ਕਿਤਨੇ ਹੀ ਅਡੰਬਰ ਕਰੀ ਜਾਓ, ਤੁਸੀਂ ਤਰ ਨਹੀਂ ਸਕਦੇ। ਉਹਦੇ ਲਈ ਜੋ ਤੁਹਾਡੇ ਵਿੱਚ ਇੱਕ ਜੀਵ ਬੈਠਾ ਹੈ, ਮਨ ਬੱਚਾ, ਜੋ ਅਕਾਲ ਪੁਰਖ ਪਰਮਾਤਮਾ ਦੇ ਘਰ ਤੋਂ ਜੋਤ ਸਰੂਪ ਆਇਆ ਹੈ, ਉਹਨੂੰ ਅਸੀਂ ਤ੍ਰੈ ਗੁਣਾ ਦੇ ਵਿੱਚ ਆ ਕੇ ਰਜੋ ਦੀ, ਤਮੋ ਦੀ, ਸਤੋ ਦੀ ਮੈਲ ਲੱਗ ਗਈ, ਕਲੇਸ਼ ਹੋ ਗਿਆ ਘਰ ਦੇ ਵਿੱਚ, ਤਨ ਮਨ ਦੇ ਵਿੱਚ ਕਲੇਸ਼ ਹੋ ਗਿਆ।
ਤੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੋਝੀ ਦਿੰਦੇ ਹੈ, ਸਭ ਤੋਂ ਪਹਿਲਾਂ ਉਸ ਕਲੇਸ਼ ਨੂੰ ਖਤਮ ਕਰੋ। ਜਬ ਤੱਕ ਮਨ ਦੇ ਵਿੱਚ ਤੇ ਵਿਚਾਰਾਂ ਦਾ ਟਕਰਾਵ ਬੰਦ ਨਹੀਂ ਹੁੰਦਾ, ਅਸੀਂ ਆਪਣੇ ਦਰ ਤੋਂ ਜਾ ਕੇ ਨਹੀਂ ਬਹਿ ਸਕਦੇ। ਹੁਣ ਆਪਾਂ ਦੀ ਇੱਕ ਬੇਨਤੀ ਰਹਿੰਦੀ ਆ, ਅਕਾਲ ਪੁਰਖ ਪਰਮਾਤਮਾ ਸਾਡੇ ਤੇ ਕਿਰਪਾ ਕਰੋ, ਮਾਲਿਕ ਕਿਰਪਾ ਕਰੋ ਸਾਡੇ ਤੇ ਵਾਹਿਗੁਰੂ ਸੁਖਮਣੀ ਸਾਹਿਬ ਜੀ ਦੀ ਗੁਰਬਾਣੀ ਗੁਰੂ ਦੇ ਵਿੱਚ ਬਹੁਤ ਹੀ ਕਲੀਅਰ ਦਸਾ ਹੈ, ਜੋ ਆਪਾਂ ਹੁਣੀ ਗੁਰਬਾਣੀ ਗੁਰੂ ਦਾ ਵਿਚਾਰ ਕਰਾ ਤਾਂ ਕਹਿੰਦੇ ਸੇ ਸਿਮਰੇ ਜਿਨ ਆਪ ਸਿਮਰਾਏ। ਤੇ ਅਕਾਲ ਪੁਰਖ ਪਰਮਾਤਮਾ ਨੇ ਜਿਨ੍ਹਾਂ ਨੂੰ ਸਿਮਰਨ ਦੀ ਦਾਤ ਦੇ ਦੀ, ਉਹ ਉਹਦੀ ਨਦਰ ਦੇ ਵਿੱਚ ਆ ਗਏ ਔਰ ਉਹਦੀ ਜੁਗਤੀ ਵਿਧੀ ਵੀ ਦੱਸਦੀ। ਉਹ ਕਹਿੰਦੇ ਨੱਕ ਦੇ ਨੋਕ ਦੇ ਪਾਸੇ ਤੇ ਲੈ ਕੇ ਨਾਭੀ ਤੱਕ ਦੇ ਏਰੀਏ ਨੂੰ ਕ੍ਰੋਸ ਕਰੋ, ਜੋ ਪੌਣ ਅੰਦਰ ਜਾਂਦੀ ਹੈ, ਜੋ ਨੱਕ ਦੇ ਆਈਬਰੋ ਜੋ ਸਾੜੀਆਂ ਹੈ, ਨੱਕ ਦੇ ਨੋਕ ਦੇ ਵਿੱਚ ਵਾਲੇ ਵਿਚਾਲੇ पे, ਅੱਖਾਂ ਦੇ ਵਿੱਚ ਵਿਚਾਲੇ ਵਾਲੀ ਜਗ੍ਹਾ पे ਮਨ ਦੀ ਜੋਤ ਸੁਖਮ ਦੇ ਵਿੱਚ ਰੱਖੀ ਹੋਈ ਹੈ, ਜੋ ਪੌੜ ਅੰਦਰ ਜਾਂਦੀ ਹੈ, ਉਹ ਉਹਨੂੰ ਟੱਚ ਕਰਦੀ ਹੋਈ ਨਾਭੀ ਤੱਕ ਜਾਂਦੀ ਹੈ, ਭਵਸਾਗਰ ਨੂੰ ਕ੍ਰੋਸ ਕਰਦੀ ਹੋਈ। ਉਸ ਭਵਸਾਗਰ ਦੇ ਵਿੱਚ, ਭਵਸਾਗਰ ਬੋਲਾ ਗਿਆ ਹੈ ਵਿਚਾਰਾਂ ਨੂੰ, ਉਸ ਭਵਸਾਗਰ ਨੂੰ ਜੋ ਸਾਡੇ ਪਾਸ ਜਹਾਜ਼ ਹੈ, ਜੋ श्वास अंदर ਜਾਂਦੀ ਹੈ, श्वास ਜੋ ਬਾਹਰ ਆ ਗਈ ਹੋਗੀ ਗ੍ਰਾਸ। ਤੇ ਉਹਨਾਂ ਨੇ ਸਾਨੂੰ ਇੱਕ ਗੁਰਮੰਤਰ ਦਿਆ, ਇੱਕ ਦਾਤ ਦੀ, ਵਾਹਿਗੁਰੂ ਗੁਰਮੰਤਰ ਦੀ, ਕਿ ਇਸ ਜਹਾਜ਼ ਦੇ ਵਿੱਚ ਬੈਠ ਜਾਓ, ਜੋ ਜਹਾਜ਼ ਨਿਰੰਤਰ ਚੱਲ ਰਿਹਾ ਹੈ, ਜੋ ਅਕਾਲ ਪੁਰਖ ਪਰਮਾਤਮਾ ਦਾ ਦਿਆ ਹੋਇਆ ਹੈ, श्वास ग्रास ਦਾ ਜਹਾਜ਼ ਅੰਦਰ ਗਿਆ, ਭਵਸਾਗਰ ਨੂੰ ਕ੍ਰੋਸ ਕਰਦੇ ਹੋਏ ਨਾਭੀ पे ਪਹੁੰਚਾ, ਨਾਭੀ ਤੋਂ ਬੈਕ ਪੌਣ ਦੇ ਵਿੱਚ ਆ ਕੇ ਬਾਹਰ ਸਮਾ ਗਿਆ। ਸਪੇਸ ਦੇ ਵਿੱਚ ਆ ਕੇ ਪੌਣ ਸਮਾ ਜਾਂਦੀ ਆ। ਆਪਾਂ ਸਾਰੇ ਹੀ ਪ੍ਰੈਕਟੀਕਲੀ ਸਿੱਖਣਾ ਹੈ ਗੁਰਮੁਖੋ। ਤੇ ਉਹਨਾਂ ਨੇ ਸਾਨੂੰ ਸੁਝਾਅ ਦਿਆ ਕਿ ਭਵਸਾਗਰ ਨੂੰ ਤੁਸੀਂ ਬਾਹਰ ਸੋਚਦੇ ਰਹੇ, ਕਿਤੇ ਬਾਹਰ ਭਵਸਾਗਰ ਹੋਊਗਾ, ਬਾਹਰ ਹੋਊਗਾ, ਪਤਾ ਨਹੀਂ ਕਿੱਥੇ ਜਾਏਂਗੇ। ਤੇ ਉਹਨਾਂ ਨੇ ਸਾਨੂੰ ਸੁਝਾਅ ਦਿਆ, ਕਹਿੰਦੇ ਸਾਰਾ ਕੁਛ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਸੋਝੀ ਦੀ ਗਈ, ਕਾਇਆ ਅੰਦਰ ਆਪ ਬਸੈ, ਅਲਖ ਨਾ ਲਖਿਆ ਜਾਈ, ਮਨਮੁਖ ਮੁਗਦ ਬੂਝੈ ਨਹੀਂ, ਬਾਹਰ ਭਾਲਣ ਜਾਈ। ਕਿ ਸਾਨੇ ਆਪਣੇ ਅੰਦਰ ਉਹਦੀ ਖੋਜ ਨਹੀਂ ਕਰੀ, ਅਸੀਂ ਉਹਨੂੰ ਬਾਹਰ ਖੋਜਣ ਨਿਕਲ ਪੜੇ, ਜੋ ਜਬਕਿ ਉਹ ਸਾਡੇ ਅੰਦਰ ਆਪ ਬੈਠਾ ਹੈ। ਗਿਆਨ ਦਾ ਵੀ ਸਾਨੇ ਧੱਕਾ ਨਹੀਂ ਕਰਨਾ, ਸਿਰਫ ਜਿੰਨਾ ਕੁ ਸਾਨੂੰ ਸਮਝ ਲੱਗਦਾ ਹੈ, ਜਿੰਨੀ ਕੁ ਸਾਡੀ ਅਵਸਥਾ ਹੈਗੀ, ਉਨਾ ਕੁ ਅਕਥ ਦੇ ਵਿੱਚ ਤੇ ਗਿਆਨ ਲਓ। ਬੇਨਤੀ ਕਰਨੀ ਹੈ ਸਾਨੂੰ ਅਕਾਲ ਪੁਰਖ ਪਰਮਾਤਮਾ ਨੂੰ ਕਿ ਅਕਾਲ ਪੁਰਖ ਪਰਮਾਤਮਾ, ਕੋਈ ਪੂਰੇ ਆਲ ਵਰਲਡ ਤੋਂ, ਪੂਰੀ ਸ੍ਰਿਸ਼ਟੀ ਦੇ ਵਿੱਚ ਕੋਈ ਤੇਰਾ ਨਾਮ ਆਪਣੀ ਇੱਛਾ ਤੇ ਨਹੀਂ ਲੈ ਸਕਦਾ, क्योंकि तू है ही इतना बड़ा, बेअंत है, अनंत है, अगम है, अथाह है। किसी दी की जरूरत की अपनी रसना तो, अपनी इच्छा तो तेरा नाम ले सके। जब तक तेरी इच्छा नहीं होंदी तब तक तेरा कोई नाम नहीं ले सकता। जैसे कि अपना एक विचार बन जाता, वाहिगुरु ऐ सिमरन नहीं करते, वाहिगुरु ਉਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਹੈਗਾ, वो ਜਪੂਗਾ ਜਿਹਨੂੰ ਉਹ ਜਪਾਊਗਾ, वो ਨਾਮ ਦੀ ਦਾਤ ਨੂੰ ਪ੍ਰਾਪਤ ਕਰੂਗਾ ਜਿਹਨੂੰ ਉਹ ਦੂਗਾ, ਜਿਹਦੀ ਝੋਲੀ ਚ ਉਹ ਦਾਤ ਪਾਊਗਾ। ਆ ਖੇਲ ਕੋਈ ਨੋਰਮਲੀ ਖੇਲ, ਦ੍ਰਿਸ਼ਟਮਾਨ ਖੇਲ, ਆਮ ਬੰਦਾ ਦਾ ਖੇਲ ਨਹੀਂ ਹੈਗਾ, ਅਕਾਲ ਪੁਰਖ ਪਰਮਾਤਮਾ ਜੀ ਦਾ ਆਪ ਦਾ ਖੁਦ ਦਾ ਖੇਲ ਹੈ। ਚਾਹਵੇਂ ਤਾਂ ਮੂਰਖ ਨੂੰ ਪੰਡਿਤ ਬਣਾ ਦੇ, ਪੰਡਿਤ ਨੂੰ ਮੂਰਖ ਬਣਾ ਦੇ, ਧਰਤੀ ਤੇ ਆਸਮਾਨ ਚੜਾ ਦੇ, ਆਸਮਾਨ ਤੋਂ ਥੱਲੇ ਗਿਰਾ ਦੇ, ਉਹਦੀ ਇੱਛਾ ਹੈਗੀ। ਕਹਿਣ ਤੋਂ ਭਾਵ ਹੈ ਕਿ ਉਸ ਤੋਂ ਜ਼ੋਰ ਨਹੀਂ ਚੱਲਦਾ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਉਹ ਕਹਿੰਦੇ ਉਹਨੂੰ ਹੁਕਮ ਕਰਨੇ ਵਾਲਾ ਨਹੀਂ ਹੈਗਾ ਕੋਈ, ਉਹ ਆਪ ਰਾਜਾ ਹੈ, ਮਹਾਰਾਜਾ ਹੈ, ਖੰਡ ਮੰਡਲ ਬ੍ਰਹਮੰਡਾ ਦਾ ਰਾਜਾ ਹੈ, ਉਹਦੇ ਉੱਪਰ ਕੋਈ ਨਹੀਂ ਹੈਗਾ, ਆਪਾਂ ਉਹਦੇ ਬੱਚੇ ਹੈ। ਤੇ ਆਪਾਂ ਉਹਦੀ ਨਜ਼ਰ ਦੇ ਵਿੱਚ ਆ ਗਏ, ਤਾਂ ਹੀ ਆਪਾਂ ਗੁਰਮੁਖੋ ਵਾਹਿਗੁਰੂ ਗੁਰਮੰਤਰ ਦੀ ਦਾਤ ਨੂੰ ਪਾ ਰਹੇ ਹੈ, ਵਾਹਿਗੁਰੂ ਗੁਰਮੰਤਰ ਦੀ ਦਾਤ ਨੂੰ ਕਮਾ ਰਹੇ ਹੈ, ਉਹਦੀ ਕਿਰਪਾ ਦੇ ਕਾਰਨ।
ਗੁਰਮੁਖੋ ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਸੋਝੀ ਦੀ ਗਈ, ਕਹਿੰਦੇ ਗੁਰਮੁਖ ਹੋਵੇ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਈ। ਕਹਿੰਦੇ ਪੂਰਾ ਸੰਸਾਰ ਦ੍ਰਿਸ਼ਟਮਾਨ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਨੂੰ ਮਾਇਆ ਦੇ ਵਿੱਚ ਖੋਜਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਕਰਕੇ ਕਿ ਦੁਖੀ ਹੈ। क्रिया कलापा ਦੇ ਵਿੱਚ ਮਾਲਿਕ ਨੂੰ ਢੂੰਡਣੇ ਦੀ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਗੁਰਬਾਣੀ ਗੁਰੂ ਕਹਿੰਦੇ ਕਿ ਤੇਰੇ ਆਪ ਦੇ ਅੰਦਰ ਬੈਠਾ ਹੈ, ਅੰਦਰ ਆ ਜਾ, ਘਰ ਵਾਪਸ ਮੁੜਿਆ। ਹੁਣ ਆਪਾਂ ਦਾ ਭਾਵ ਬਣ ਜਾਂਦਾ ਹੈ, ਅੰਦਰ ਤੋਂ ਭਾਵ ਬਣ ਜਾਂਦਾ ਹੈ, ਇਹਨੂੰ ਬਰੀਕੀਆਂ ਨੂੰ ਸਮਝਣੇ ਦੀ ਕੋਸ਼ਿਸ਼ ਕਰਨੀ ਹੈ ਗੁਰਮੁਖੋ। ਅੰਦਰ ਦਾ ਭਾਵ ਬਣ ਜਾਂਦਾ ਹੈ ਕਿ ਸਾਡੇ ਅੰਦਰ ਮਤਲਬ ਬੋਡੀ ਦੇ ਅੰਦਰ ਮਾਲਿਕ ਬੈਠਾ ਹੈ, ਅੰਦਰ ਵਾਹਿਗੁਰੂ। ਬੋਡੀ ਦੀ ਤਾਂ ਬਾਤ ਹੀ ਗੁਰਬਾਣੀ ਗੁਰੂ ਨਹੀਂ ਕਰਦੇ, ਬਾਤ ਕਰਦੇ ਹੈ ਗੁਰਬਾਣੀ ਗੁਰੂ ਮਨ ਦੀ। ਸਾਰਾ ਖੇਲ ਸਾਡੇ ਮਨ ਦਾ ਹੈ। ਆਦਾ ਇੱਕ ਪਿੰਜਰਾ, ਇੱਕ ਨਗਰ, ਇੱਕ ਦੇਸ਼, ਇੱਕ ਪਿੰਡ ਦਿਆ ਗਿਆ ਹੈ ਸਾਨੂੰ। ਇਹਦੇ ਰਾਹੀਂ ਤਾਂ ਆਪਾਂ ਨੇ ਖੇਲਣਾ ਹੈ, ਵਣਜ ਕਰਨਾ ਹੈ, ਵਪਾਰ ਕਰਨਾ ਹੈ। ਲੋਕ ਦੇ ਵਿੱਚ ਖੇਲਣ ਦੇ ਲਈ ਆਪਾਂ ਨੂੰ ਇੱਕ ਪੁਤਲਾ ਦਿਆ ਗਿਆ ਹੈ, ਲੇਕਿਨ ਅੰਦਰ ਔਰ ਬਾਹਰ ਜੋ ਇੱਕ ਸ਼ਬਦ ਯੂਜ਼ ਕਰਾ ਜਾਂਦਾ ਹੈ, ਇੱਕ ਵਰਡ ਯੂਜ਼ ਕਰਾ ਜਾਂਦਾ ਹੈ, ਉਹ ਹੈ ਸਾਡਾ ਮਨ। ਮਨ ਦੇ ਅੰਦਰ ਔਰ ਬਾਹਰ ਦਾ ਮਤਲਬ ਹੈ, ਬਾਹਰ ਹੋ ਗਿਆ ਗੁਰਮੁਖੋ ਜਿਸ ਏਰੀਏ ਦੇ ਵਿੱਚ ਆਪਾਂ ਬਾਹਰ ਨੂੰ ਕ੍ਰੋਸ ਕਰ ਰਹੇ, ਤ੍ਰੈ ਗੁਣਾ ਦੇ ਵਿੱਚ ਥੱਲੇ, ਔਰ ਅੰਦਰ ਹੋ ਗਿਆ ਲੋਕ ਵਿਚਾਰਾਂ ਤੋਂ ਰਹਿਤ ਦਾ ਏਰੀਆ, ਉਹ ਅੰਦਰ ਹੋ ਗਿਆ। ਅਸੀਂ ਸੋਚਦੇ ਕਿ ਸਾਡੇ ਅੰਦਰ ਐਸੇ ਸਰੀਰ ਦੇ ਅੰਦਰ ਨੱਕ ਦੇ ਰਾਹੀਂ, ਮੁਖ ਦੇ ਰਾਹੀਂ ਕੁਛ ਅੰਦਰ ਵਾਹਿਗੁਰੂ ਦਾ ਨਕਸ਼ਾ ਦਿया गया है। ਮੇਨ ਜੋ ਖੇਲ ਹੈ ਉਹ ਹੈ ਜੋ ਸੁਰਤ ਬੈਠੀ ਹੈ, ਜੋ ਮਨ ਬੈਠਾ ਹੈ, ਉਹਦਾ ਅੰਦਰ ਬਾਹਰ ਹੈ। ਜਿਵੇਂ ਕਿ ਗੁਰਮੁਖਾਂ ਨੂੰ ਭੁਲੇਖਾ ਹੋ ਜਾਂਦਾ ਕਿ ਅੰਦਰ ਪ੍ਰਕਾਸ਼ ਹੋਊਗਾ ਵਾਹਿਗੁਰੂ ਬੋਡੀ ਦੇ ਅੰਦਰ, ਨਹੀਂ ਗੁਰਮੁਖੋ। ਸਭ ਤੋਂ ਪਹਿਲਾ ਆਪਾਂ ਨੂੰ ਗੁਰਬਾਣੀ ਗੁਰੂ ਦੇ ਵਿੱਚ ਇੱਕ ਬਹੁਤ ਹੀ ਅੱਛੇ ਢੰਗ ਦੇ ਨਾਲ ਸਮਝਾਇਆ ਗਿਆ ਹੈ, ਕਹਿੰਦੇ ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਏ ਭ੍ਰਮ ਭੁਲਾਇਆ। ਕਹਿੰਦੇ ਸਭ ਤੇ ਪਹਿਲੀ ਜੋ ਮਾਇਆ ਹੈ ਉਹ ਹੈ ਸਾਡਾ ਆਪਣਾ ਸਰੀਰ। ਤੇ ਅਗਰ ਅਸੀਂ ਇਹਦੇ ਅੰਦਰ ਪ੍ਰਕਾਸ਼ ਦੇਖेंगे, ਇਸ ਬੋਡੀ ਦੇ ਅੰਦਰ, ਤੇ ਆਪਾਂ ਨੇ ਤਾਂ ਮਾਇਆ ਨੂੰ ਛੱਡਾ ਹੀ ਨਹੀਂ। ਉਹ ਕਹਿਣ ਤੋਂ ਭਾਵ ਹੈ ਕਿ ਵਿਚਾਰਾਂ ਦਾ ਏਰੀਆ ਜਿੱਥੇ ਖਤਮ ਹੋ ਰਿਹਾ ਹੈ ਉਹਨੂੰ ਬੋਲ ਦਿਆ ਬਾਹਰ, ਔਰ ਵਿਚਾਰਾਂ ਤੇ ਜੋ ਪਿੱਛੇ ਦਾ ਏਰੀਆ ਹੈ ਜਿੱਥੇ ਕਿ ਆਪਾਂ ਨੂੰ ਇਸ਼ਾਰਾ ਦਿਆ ਜਾਂਦਾ ਹੈ ਨੱਕ ਦੀ ਨੋਕ ਤੇ ਮੱਥੇ ਦੇ ਬਲ ਤੇ ਉੱਪਰ ਦਾ ਏਰੀਆ, ਇਹਨੂੰ ਬੋਲ ਦਿਆ ਪਰਲੋਕ। ਲੇਕਿਨ ਇਸ ਏਰੀਏ ਨੂੰ ਆਪਣੇ ਮਨ ਦੇ ਉੱਪਰ ਲੈ ਕੇ ਆਓ। ਇਹਨੂੰ ਇੱਕ ਦਾ ਹੋ ਗਿਆ ਦ੍ਰਿਸ਼ਟਮਾਨ ਦੇ ਵਿੱਚ ਆਪਾਂ ਨੂੰ ਸੋਝੀ ਦੇ ਦੀ ਕਿ ਮੱਥੇ ਦੇ ਬਲ ਤੇ ਉੱਪਰ ਦਾ ਜੋ ਏਰੀਆ ਹੈ ਉਹ ਪਰਲੋਕ ਹੈ, ਮੱਥੇ ਦੇ ਨੀਚੇ ਦਾ ਜੋ ਨਾਭੀ ਤੱਕ ਦਾ ਏਰੀਆ ਹੈ ਉਹ ਹੈ ਲੋਕ। ਕੀ ਸਾਨੇ ਇਹਨੂੰ ਦੇਖਾ ਹੈ ਕभी? ਲੋਕ ਨੂੰ ਦੇਖਾ ਹੈ? ਦ੍ਰਿਸ਼ਟਮਾਨ ਚ ਦੇਖਾ ਹੈ, ਸੁਖਮ ਚ ਤਾਂ ਨਹੀਂ ਦੇਖਾ ਨਾ ਲੋਕ ਨੂੰ। ਆਪਾਂ ਇੱਕ ਵਿਚਾਰ ਕਰਦੇ ਹਾਂ, ਗਹਿਰਾਈ ਨੂੰ ਪਕੜੋ ਕਿ ਆਪਾਂ ਨੇ ਕभी ਲੋਕ ਨੂੰ ਦੇਖਾ ਹੈ? ਹਾਂ ਆਪਾਂ ਕਹਿ ਸਕਦੇ ਹਾਂ ਜੀ ਲੋਕ ਨੂੰ ਦੇਖਾ ਹੈ। ਲੋਕ ਨੂੰ ਕਿੱਥੇ ਦੇਖਾ ਹੈ? ਦ੍ਰਿਸ਼ਟਮਾਨ ਆਕਾਰਾਂ ਦੇ ਵਿੱਚ ਲੋਕ ਨੂੰ ਦੇਖਾ ਹੈ ਬਾਹਰ। ਅੰਦਰ ਲੋਕ ਨੂੰ ਦੇਖਾ ਹੈ ਆਪਣੇ? ਅੰਦਰ ਲੋਕ ਜੋ ਹੈ ਉਹ ਬਾਹਰ ਵਾਲਾ ਜੋ ਲੋਕ ਆਕਾਰਾਂ ਦੇ ਵਿੱਚ ਹੈ ਉਹਨੂੰ ਆਕਾਰਾਂ ਨੂੰ ਵਿਚਾਰਾਂ ਦੇ ਵਿੱਚ ਕਨਵਰਟ ਕਰਕੇ ਸਾਡੇ ਵਿੱਚ ਹੈ। ਕਿੱਥੇ ਹੈ? ਨੱਕ ਦੇ ਨੋਕ ਤੇ ਥੱਲੇ ਦਾ ਏਰੀਆ, ਤੇ ਉਹਨੂੰ ਕੀ ਬੋਲ ਦਿਆ? ਲੋਕ। ਲੋਕ ਦੀ ਕੀ ਨਿਸ਼ਾਨੀ ਦੱਸਦੀ? ਵਿਚਾਰਾਂ ਦੀ। ਜਿਸ ਏਰੀਏ ਦੇ ਵਿੱਚ ਵਿਚਾਰ ਚੱਲ ਰਹੇ हैं वो है ਲੋਕ, ਔਰ ਜਿਸ ਏਰੀਏ ਦੇ ਵਿੱਚ ਵਿਚਾਰ ਨਹੀਂ ਚੱਲ ਰਹੇ, ਤੇ ਵਿਚਾਰ ਕੌਣ ਸੇ ਏਰੀਏ 'ਚ ਨਹੀਂ ਚੱਲ ਰਹੇ? ਜਿੱਥੇ ਮਾਇਆ ਨਹੀਂ ਹੈਗੀ। ਤੇ ਮਾਇਆ ਕਿੱਥੇ ਨਹੀਂ ਹੈ? ਚੌਥੇ ਪਦ ਦੇ ਵਿੱਚ ਮਾਇਆ ਨਹੀਂ ਹੈਗੀ। ਚੌਥੇ ਪਦ ਦੇ ਥੱਲੇ ਥੱਲੇ ਤਾਂ ਮਾਇਆ ਹੀ ਮਾਇਆ ਹੈ ਵਾਹਿਗੁਰੂ। ਚੌਥੇ ਪਦ ਦੇ ਵਿੱਚ ਮਾਇਆ ਨਹੀਂ ਹੈਗੀ, ਜਿਹਨੂੰ ਕਿ ਇਸ਼ਾਰਾ ਦਿੰਦੇ ਹੋਏ ਆ ਬੋਡੀ ਨੂੰ ਇੱਕ ਨਗਰ ਪਿੰਡ, ਇੱਕ ਨਕਸ਼ਾ ਬਤਾ ਕੇ ਮਾਲਿਕ ਤੋਂ ਮਿਲਾਪ ਦੇ ਲਈ ਇੱਕ ਇਸ਼ਾਰਾ ਦਿਆ ਗਿਆ ਕਿ ਮੱਥੇ ਦੇ ਬਲ ਤੇ ਉੱਪਰ ਦਾ ਜੋ ਏਰੀਆ ਹੈ ਇਹਦੇ ਵਿੱਚ ਵਿਚਾਰ ਨਹੀਂ ਹੈਗੇ। ਹੁਣ ਆਪਾਂ ਅਗਰ ਮਨ ਦੀ ਡੂੰਘਾਈ 'ਚ ਨਾ ਜਾਓ ਤੇ ਵਾਹਿਗੁਰੂ ਸਰ ਦੇ ਉੱਪਰ ਇੱਕ ਨੋਰਮਲੀ ਸੁਰਤ ਦੇ ਰਾਹੀਂ ਸਰ ਦੇ ਉੱਪਰ ਲੈ ਜਾ ਕੇ ਵੀ ਵਿਚਾਰ ਲੈ ਲਓ, ਹੈ ਨਾ। ਲੇਕਿਨ ਮਨ ਦੀ ਗਹਿਰਾਈ 'ਚ ਜਾਓ, ਡੂੰਘਾਈ 'ਚ ਜਾਓ
ਕਿ ਜਿਸ ਥਾਂ ਤੋਂ ਜਾ ਕੇ ਮਨ ਵਿਚਾਰ ਰਹਿਤ ਹੋ ਗਿਆ, ਤੇ ਉਹਨਾਂ ਨੇ ਨਿਸ਼ਾਨੀ ਦੱਸਦੀ, ਉਹ ਹੋ ਗਿਆ ਥਿਰ ਘਰ। ਉੱਥੇ ਨਾ ਪਾਉ ਉਡਾਉਂਦੀ ਹੈ, ਉੱਥੇ ਨਹੀਂ ਕੁਝ ਹੁੰਦਾ, ਉੱਥੇ ਜਾ ਕੇ ਮਨ ਆਸਨ ਬੰਧ ਲੈਂਦਾ ਹੈ। और आसन कद बंधना है? आसन बंधने के भाव है टिकना। तो टिकूगा कब? जब विचार नहीं होने दे। जब विचार नहीं होने दे ते उसकी निशानी हो गई कि माया थल्ले रह गई। जिथे विचार नहीं होने दे उथे नाम चल रहा होगा, निशानी दसदी। कहने होमे नाम नाल विरोध है। जो होमे है, होमे किस चीज की होंदी है वाहिगुरु? विचारा दी, रज दी, तम दी, सत दी। रजोगुणी, तमोगुणी, सतोगुणी। कहने रजगुण, तमगुण, सतगुण कहिए एह तेरी सब माया। त्रैगुण काले की सरकारा। आ है लोक। और जिथे आ एरिया खत्म हो रहा है, आप कहने जी कैसे पता लगूगा? भवसागर पार कर गए, सानू किवें पता लगूगा कि असीं सुरत च जाके बह गए? गुरमुखो, जिथे साड़ी सुरत, मन सुरत रूप होके विचारा तो रहत होके बह गया, सुखम खेल है सुखम। नहीं सोचना कि कुछ आकार दे विच दिखाई दूगा। आकार दे विच नजर आऊगा ते वो तां काल दा एरिया हो गया। वो कहने सुखम एरिया है, सुखम। सुखम दे विच मन सुखम है, मन दा घर सुखम है, मन दा पिता सुखम है, मन दी खुराक सुखम है, सुखम है सब कुछ। ते सुखम दे लई सुखम दा ज्ञान होना बहुत जरूरी है। और सुखम दा ज्ञान तां बसूगा जब दृष्टमान ज्ञान बाहर जाऊगा। जो दृष्टमान ज्ञान उस मत दे विच पया होया है, माया दा, त्रै गुणा दा, जो माया बाहर आकारा दे विच दिखदी है, विचारा दे राही परोई हुई है। ते उन्हां ने कहा जहाज देने असीं तुहानू। साहिब श्री गुरु ग्रंथ साहब महाराज जी कहने जहाज देने, उस जहाज दे विच बैठो और चौथे पद दे विच जाके उतर जाओ। लेकिन तुच्छ बुद्धि होने के कारण, मत बहुत थोड़ी होने के कारण फिर अपन ने पूछना है कि वाहिगुरु जहाज च बैठे किवें बैठा नहीं जाता? सानू तो अपने बॉडी का भुलेखा रहिंदा है। तो सब तो पहला धन धन साहिब श्री गुरु ग्रंथ साहब महाराज जी सुझाव देने हैं कि तू बॉडी नहीं है, तू शरीर नहीं है, तू कुछ नहीं है। या बॉडी, शरीर या पिंड आ नगर या देश तेनों लोक दी लई दिया गया है। अगर तेने अपने घर वापस आना है ते तेन मन नु सुरत रूप होके आना है। शब्द ते सुरत दा मेल होगा, तेरे शरीर दा मेल नहीं होना। ਇਹਦਾ ਪੰਜ ਤत्वां ਦਾ, ਮਾਇਆ ਦੇ ਪੰਜ ਤत्वां ਦਾ ਪੁਤਲਾ ਤਿਆਰ ਕਰਾ ਹੋਇਆ ਹੈ, ਜਿਹਦਾ ਕਿ ਦਾਹ ਸੰਸਕਾਰ ਥੱਲੇ ਹੀ ਕਰ ਦਿਆ ਜਾਊਗਾ। ਤੇ ਉਹ ਸਾਨੂੰ ਇਸ਼ਾਰਾ ਦਿੰਦੇ ਹੈ ਕਿ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਇੱਕ ਸਾਊਂਡ ਸਮਝ। ਵਾਹਿਗੁਰੂ ਰਿਐਲਿਟੀ ਹੈ ਆ, ਬਰੀਕੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਅਸੀਂ ਇੱਕ ਸਾਊਂਡ ਹੈ, ਸਾਊਂਡ। ਸਾਡਾ ਜੋ ਅਸਲੀ ਸਰੂਪ ਹੈ, ਅਸੀਂ ਇੱਕ ਧੁਨ ਹੈ। साड़ा जो स्वरूप है ना मालिक दे घर ते मिला होया, असी नाम है, नाम। वाहिगुरु जी का खालसा, वाहिगुरु जी की फतेह जी। ते वाहिगुरु आपा कौन है? आपा है साउंड, नाम है आपा। गुरबाणी गुरु दे विच सोजी दी गई, कहते सुखम मूरत, नाम निरंजन, काया का आकार। हुण आपां नूं एक बरीकी देखनी है कि साढ़े पास हुण फिलहाल कौन सा, साढ़े पास नाम दा हैगा नहीं। जिन नवी संगत नूं नाम दी किरपा नहीं होई, ਉਹਨਾਂ ਨੂੰ सरल तरीका वापस मुड़ने दा। साढ़े पास हुण धुन तां हैगी नहीं, नाम तां हैगा नहीं, लेकिन हाँ साढ़े पास एक साउंड हैगा
ਜੋ ਪੌਣ ਪਾਣੀ ਅਗਨ ਦੀ ਬਿੰਬ ਦੀ ਬਾਣੀ ਹੈ, ਜੋ ਸਾਡੇ ਮੁਖ ਤੇ ਗਲੇ ਦੇ ਰਾਹੀਂ ਆ ਸਵਰ ਬਣ ਕੇ ਨਿਕਲਦਾ, ਇੱਕ ਸਾਊਂਡ ਨਿਕਲਦਾ, ਤੇ ਇਸ ਸਾਊਂਡ ਨੂੰ ਸਾਨੇ ਫੜਨਾ ਹੈ, ਇਹ ਤੇ ਆਪਣਾ ਕੰਟੈਕਟ ਕਰਨਾ ਹੈ। जब ਆਪਾਂ जिस दिन इस संसार ਦੇ ਵਿੱਚ ਆਏ थे, जो जीव जो मन बच्चा संसार ਦੇ ਵਿੱਚ बॉडी ਚ प्रवेश करा था, तो वो संसार ਦੇ ਵਿੱਚ जब ਅਟੈਚਮੈਂਟ ਉਹਦਾ ਹੋਇਆ ਤੇ ਸਾਊਂਡ ਤੇ ਹੋਇਆ ਥਾ, ਸਾਊਂਡ ਤੇ ਹੁੰਦਾ ਹੈ। ਬੱਚੇ ਨੂੰ ਆਪਾਂ ਇਸ਼ਾਰਾ ਦੇ ਦੇ ਕੇ ਕੁਝ ਬਜਾ ਬਜਾ ਕੇ ਬੁਲਾਉਂਦੇ ਆ, ਤੇ ਹੁਣ ਆਪਾਂ ਨੂੰ ਵਾਪਸ ਮੁੜਨ ਦੇ ਲਈ ਵੀ ਸਾਊਂਡ ਦੀ ਹੈਲਪ ਲੈਣੀ ਪੜੂਗੀ, ਧੁਨ ਦੀ ਹੈਲਪ ਲੈਣੀ ਪੜੂਗੀ। ਜਿਵੇਂ ਕਿ ਖੋਲ ਕੇ ਗੁਰਬਾਣੀ ਗੁਰੂ ਦੇ ਵਿੱਚ ਗੁਰਮੁਖੋ ਦੱਸਿਆ ਗਿਆ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖ ਅਕਤ ਕਹਾਣੀ। ਉਹ ਕਹਿੰਦੇ ਧੁਨ ਦੇ ਵਿੱਚ ਹੀ ਜਾਣ ਲਓਗੇ ਅਕਥ ਦੀ ਕਹਾਣੀ ਨੂੰ। ਜ਼ਿਆਦਾ ਦ੍ਰਿਸ਼ਟਮਾਨ ਗਿਆਨ ਨਾ ਫੜਦੇ ਫਿਰੋ, ਲੱਭਦੇ ਨਾ ਫਿਰੋ, ਧੁਨ ਤੇ ਜੁੜ ਜਾਓ, ਧੁਨ ਤੇ। ਅਸੀਂ ਕਹਿੰਦੇ ਵਾਹਿਗੁਰੂ ਧੁਨ ਤਾਂ ਹੈਗੀ ਨਹੀਂ, ਹੈਗੀ ਧੁਨ। ਜਿਸ ਲੋਕ ਦੇ ਵਿੱਚ ਆਪਾਂ ਵਿਚਰ ਰਹੇ ਹਾਂ, ਇਸ ਲੋਕ ਦੇ ਵਿੱਚ ਵੀ ਅਕਾਲ ਪੁਰਖ ਪਰਮਾਤਮਾ ਨੇ ਸਾਨੂੰ ਇੱਕ ਧੁਨ ਦੀ ਹੋਈ ਹੈ, ਜਿਵੇਂ ਕਿ ਆਪਾਂ ਬੋਲਦੇ ਹਾਂ। ਤੇ ਕਹਿੰਦੇ ਇਸ ਧੁਨ ਦੇ ਵਿੱਚ ਆਪਣੇ ਧਿਆਨ ਨੂੰ ਰੱਖਦੇ, ਜਦ ਇਹਦੇ ਵਿੱਚ ਆਪਣੀ ਧੁਨ ਦੇ ਵਿੱਚ ਆਪਣੇ ਧਿਆਨ ਨੂੰ ਰੱਖਣੇ ਚ ਕਾਮਯਾਬ ਹੋ ਗਿਆ, ਤੇ ਅਗਲੀ ਧੁਨ ਅਕਾਲ ਪੁਰਖ ਪਰਮਾਤਮਾ ਦੇ ਘਰ ਤੇ ਜੋ ਆ ਰਹੀ ਹੈ, ਜੋ ਸਹਿਜ ਧੁਨ, ਤੇਰਾ ਮੁਖ ਸੁਹਾਵਾ ਜਿਉ ਸਹਿਜ ਧੁਨ ਬਾਣੀ, ਧੁਰ ਕੀ ਬਾਣੀ, कहने ਉਹਦੇ ਸਾਥ ਤੇਰਾ ਮਿਲਾਪ ਹੋ ਜਾਊਗਾ। ਸਿੰਪਲ ਹੈ, ਤੈਨੂੰ ਬਹੁਤ ਜ਼ਿਆਦਾ ਧੱਕਾ ਨਹੀਂ ਕਰਨਾ। ਮੈਨੂੰ ਤਾਂ ਕਥ ਦਾ ਗਿਆਨ ਨਹੀਂ ਆ ਰਿਹਾ, ਮੈਨੂੰ ਤਾਂ ਗੁਰਬਾਣੀ ਦੀ ਤੁੱਕਾਂ ਨਹੀਂ ਆ ਰਹੀਆਂ, ਮੈਨੂੰ ਤਾਂ ਯਾਦ ਨਹੀਂ ਆ ਰਿਹਾ, ਮੈਂ ਕੀ ਕਰਾਂ, ਮੈਂ ਰੋਵਾਂ, ਮੈਂ ਗਾਵਾਂ, ਮੈਂ ਕੀ ਕਰਾਂ, ਮੈਂ ਕਿਹਦੇ ਪਾਸ ਜਾਵਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਸਰਲ ਤਰੀਕਾ ਆਪਣੀ ਧੁਨ ਦੇ ਵਿੱਚ ਧਿਆਨ ਰੱਖ ਲੈ, ਤੈਨੂੰ ਕਿਸੇ ਦੇ ਕੁਝ ਮੰਗਣ ਜਾਣੇ ਦੀ ਜ਼ਰੂਰਤ ਨਹੀਂ ਹੈਗੀ, ਸਾਰਾ ਕੁਝ ਮੈंने ਤੈਨੂੰ ਆਪ ਨੂੰ ਦੇ ਕੇ ਭੇਜਾ ਹੈ, मैंने भेदभाव नहीं करा, ਸਾਰਿਆਂ ਨੂੰ ਬਰਾਬਰ ਬੱਟਾ ਹੈ। नाम तेरे अंदर भी रखा होया है, दूजे दे अंदर भी रखा होया है। जितने भी जीव, जितनी भी सृष्टि है, नाम दे बगैर नहीं चल रही, नाम दे ऊपर ही सारा चल रहा है। नाम दे आधार तो ही रखे हुए हैं। लेकिन लोक दा जो गुरु है वो पौन है, पौन। जो परलोक दा गुरु है वो है नाम। तो कहने तू हेल्प ले पौन दी, पौन दे विच समा के सिमरन कर। ਤੈਨੂੰ ਇੱਕ ਦਾਤ ਦੀ ਗਈ ਅਕਾਲ ਪੁਰਖ ਪਰਮਾਤਮਾ ਦੇ ਵੱਲੋਂ ਗੁਰਮੰਤਰ ਦੀ। ਕਹਿੰਦੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ। ਅੰਦਰ ਬਾਹਰ ਤੋਂ ਭਾਵ ਆਪਾਂ ਸਮਝ ਗਏ ਨਾ, ਬੋਡੀ ਦੀ ਬਾਤ ਨਹੀਂ ਹੋ ਰਹੀ, ਮਨ ਦੀ ਕਹਾਣੀ ਚੱਲ ਰਹੀ ਹੈ, ਮਨ ਦੀ ਬਾਤ ਹੋ ਰਹੀ ਹੈ, ਮਨ ਦੀ। ਵਿਚਾਰਾਂ 'ਚ ਹੈਗਾ ਤੇ ਲੋਕ ਦੇ ਵਿੱਚ ਵੀ ਸੁਖ ਹੋ ਜਾਊਗਾ, ਪਰਲੋਕ ਦੇ ਵਿੱਚ ਵੀ ਸੁਖ ਹੋ ਜਾਊਗਾ। ਕਬ? ਜੋ ਹੁਕਮ ਦੇ ਵਿੱਚ ਆ ਜਾਊਗਾ। ਕਹਿੰਦੇ ਲੋਕ ਸੁਹੇਲੇ ਪਰਲੋਕ ਸੁਹੇਲੇ, ਲੇਕਿਨ ਕਬ? ਉਹ ਕਹਿੰਦੇ ਜਬ ਤੂੰ ਹੁਕਮ ਚ ਆ ਜਾਏਗਾ। ਤੇ ਮਨ ਬੱਚੇ ਨੇ ਪੁੱਛਿਆ ਅਕਾਲ ਪੁਰਖ ਪਰਮਾਤਮਾ ਹੁਕਮ ਚ ਆਵਾਂ ਕਿਵੇਂ? ਕਹਿੰਦੇ ਧੁਨ ਦੇ ਵਿੱਚ ਧਿਆਨ ਰੱਖ, ਆਪਣੇ ਆਪ ਨੂੰ ਬੋਡੀ ਮੰਨ ਕੇ ਨਾ ਬੈਠੇ ਕਰ ਸਿਮਰਨ ਕਰਦੇ ਹੋਏ। ਤੂੰ ਇੱਕ ਧੁਨ ਹੈ, ਤੂੰ ਇੱਕ ਸਾਊਂਡ ਹੈ, ਤੇਰਾ ਜੋ ਸਰੂਪ ਹੈ ਨਾ, ਆਪਾਂ ਗੁਰਬਾਣੀ ਗੁਰੂ ਦੇ ਰਾਹੀਂ ਖੋਜੋ। जब कबीरदास जी अकाल पुरख परमात्मा ਦੇ ਸਨਮੁਖ ਹੋਏ ਤੇ ਉੱਥੇ ਜਾ ਕੇ ਉਹ ਆਸ਼ਚर्य ਹੋ ਗਏ, ਆਸ਼ਚर्यचकित ਹੋ ਗਏ, ਅਚੰਬੇ ਦੇ ਵਿੱਚ ਚਲੇ ਗਏ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, तू ही मैं हाँ मैं ही तू है, ये तू करता तू भया मुझ में रहा ना हूं। वो कहने जब खोजदे 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 पहुंचे ਤੇ ਇੱਕ ਜੋ ਗੁਰਬਾਣੀ ਗੁਰੂ ਦੇ ਵਿੱਚ ਬੋਲਾ ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਐਨ ਤਿੰਨ ਸਟੈਪ ਦੇ ਵਿੱਚ, ਤਿੰਨ ਅਵਸਥਾਵਾਂ ਦੇ ਵਿੱਚ ਸਾਰਾ ਖੇਲ ਚੱਲ ਰਿਹਾ ਹੈ। ਦ੍ਰਿਸ਼ਟਮਾਨ ਸੁਖਮ ਮੂਰਤ, ਜੋ ਇਹਨੂੰ ਆਪਾਂ ਸਪਨਾ ਬੋਲਦੇ ਹਾਂ, ਮਾਇਆ ਦਾ ਆਕਾਰ ਹੈ। ਸੁਖਮ ਮੂਰਤ ਨਾਮ ਨਿਰੰਜਨ, ਨਾਮ ਕੀ ਹੈ? ਨਿਰੰਜਨ ਹੈ। ਨਿਰੰਜਨ ਤੋਂ ਭਾਵ ਕੀ ਹੋ ਗਿਆ? ਹੋਰ ਖੋਲੋ। ਨਿਰੰਜਨ ਤੋਂ ਭਾਵ ਹੋ ਗਿਆ ਜਿਹਨੂੰ ਲਿਖਾ ਪੜਾਣਾ ਜਾ ਸਕੇ, ਤੈ ਸਾੜਾ ਸਰੂਪ ਕੀ ਹੋ ਗਿਆ, ਇਹਦਾ ਮਤਲਬ ਅਸੀਂ ਨਾਮ ਹੈ।
जपजी साहब जी दे विच कह रहे हैं, कागद कलम ना लिखण हार, मन्ने का वह करन विचार, ऐसा नाम निरंजन होए, जेको मन जाने मन कोय। ਇੱਥੇ ਕੀ ਕਹਿ ਰਹੇ, ਸੁਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਇਹਦਾ ਮਤਲਬ ਅਸੀਂ ਵਿੱਚ ਕਿੱਥੇ ਹੈ, ਤਿੰਨ ਸਟੈਪਾਂ ਦੇ ਵਿੱਚ ਅਸੀਂ ਵੀ ਹੈਗੇ। ਇੱਕ ਤਾਂ ਸੁਖਮ ਆਕਾਰ ਹੋ ਗਿਆ, वो भी अलग है, ਇੱਕ ਦ੍ਰਿਸ਼ਟਮਾਨ ਆਕਾਰ ਹੋ ਗਿਆ, ਉਹ ਵੀ ਨਾਸਵਾਨ ਹੈ। ਵਿੱਚ ਕੀ ਹੈਗਾ, ਉਹ ਕਹਿੰਦੇ ਵਿੱਚ ਨਾਮ ਨਿਰੰਜਨ ਹੈਗਾ। तो ਇਹਦਾ ਮਤਲਬ ਕੀ ਅਸੀਂ ਨਾਮ ਨਿਰੰਜਨ ਹੈ, ਅਸੀਂ ਇੱਕ ਸਾਊਂਡ ਹੈ, ਇੱਕ ਧੁਨ ਹੈ ਅਸੀਂ। ਹਾਂ, ਗੁਰੂ ਗ੍ਰੰਥ ਸਾਹਿਬ ਜੀ ਮੋਹਰ ਲਗਾ ਕੇ ਕਹਿੰਦੇ ਤੁਸੀਂ ਇੱਕ ਧੁਨ ਹੋ, ਇੱਕ ਸਾਊਂਡ ਹੋ, ਤੁਸੀਂ ਮਾਲਿਕ ਦੇ ਮੁਖ ਦੇ ਵਿੱਚ ਤੇ ਤੁਹਾਨੂੰ ਕੱਢਿਆ ਗਿਆ। ਜਦ ਸੁਨ ਸਮਾਜ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਆਪ ਬੈਠੇ, ਇੱਕ ਧਮਾਕਾ ਹੋਇਆ, ਇੱਕ ਸਾਊਂਡ। ਜਦ ਅਕਾਲ ਪੁਰਖ ਪ੍ਰਮਾਤਮਾ ਨੇ ਇੱਕ ਥੋਟ, ਇੱਕ ਵਿਚਾਰ ਲਿਆ, ਇੱਕ ਸਾਊਂਡ, ਇੱਕ ਧਮਾਕਾ ਹੋਇਆ, ਜਿਹਦੇ ਰਾਹੀਂ ਮੁਖ ਦੇ ਰਾਹੀਂ ਅਕਾਲ ਪੁਰਖ ਪ੍ਰਮਾਤਮਾ ਦੇ ਰਾਹੀਂ ਆਪਾਂ ਨੂੰ ਨਾਮ ਦੇ ਦੁਆਰਾ ਵੱਖ ਕਿਹਾ ਗਿਆ। ਇੱਕ ਪੌਣ, ਇੱਕ ਨਾਮ। ਜੋ ਆਪਣਾ ਨਿਜ ਸਰੂਪ ਹੈ, ਉਹ ਹੈ ਸਾਡਾ ਨਾਮ। ਅਸੀਂ ਨਾਮ ਹੈ, ਅਸੀਂ ਅਕਾਲ ਪੁਰਖ ਪਰਮਾਤਮਾ ਦੇ ਘਰ ਤੇ ਨਾਮ ਰੂਪ ਆਏ ਹੈ। ਗੁਰਬਾਣੀ ਗੁਰੂ ਚ ਕਹਿੰਦੇ ਨਾਂਗੇ ਆਣਾ ਨਾਂਗੇ ਜਾਵਣਾ। ਸਾਨੂੰ ਗੁਰਬਾਣੀ ਇਸ ਟਾਈਮ ਯਾਦ ਨਹੀਂ ਹੈ ਕਿ ਅਗਰ ਅਕਾਲ ਪੁਰਖ ਪਰਮਾਤਮਾ ਦੇ ਘਰ ਤੇ ਨੰਗੇ ਆਏ हैं, ਨੰਗੇ ਜਾएंगे। ਅਗਰ ਇਸ ਆਕਾਰ ਨੂੰ ਲੈ ਕੇ ਜਾਂਦੇ ਤਾਂ ਬਹੁਤ ਹੀ ਸ਼ਰਮਨਾਕ ਬਾਤ ਹੋ ਗਈ। ਕਿਵੇਂ ਚਲੇ ਜਾएंगे ਉੱਥੇ ਆਕਾਰ ਨੂੰ ਲੈ ਕੇ? ਉਹ ਕਹਿੰਦੇ ਆ ਦ੍ਰਿਸ਼ਟਮਾਨ ਆਕਾਰ ਵੀ ਥੱਲੇ ਛੱਡੋਗੇ, ਸੁਖਮ ਵੀ ਛੱਡੋਗੇ, ਮਾਲਿਕ ਦੇ ਪਾਸ ਨਾਮ ਨਿਰੰਜਨ ਹੋ ਕੇ ਜਾਣਾ ਹੈ। ਤੇ ਅਸੀਂ ਕਹਿੰਦੇ ਕਿ ਅਸੀਂ ਕਿਵੇਂ ਆਵੇਂ? तो कहने तीन स्टेपां ਦੇ ਵਿੱਚ ਤੇਰੀ ਪੂਰੀ ਕਹਾਣੀ ਹੈਗੀ। ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਇੱਕ ਹੋ ਗਿਆ ਜਿਹਨੂੰ ਆਪਾਂ ਸਪਨਾ ਬੋਲ ਦਿੰਦੇ ਹਾਂ, ਉਹ ਵਿੱਚ ਦਾ ਖੇਲ ਹੈਗਾ। ਇੱਕ ਸਭ ਤੋਂ ਉੱਪਰ ਦਾ ਖੇਲ ਹੈਗਾ ਨਾਮ ਦਾ, ਜਿੱਥੇ ਅਕਾਲ ਪੁਰਖ ਪਰਮਾਤਮਾ ਦਾ ਪਰਲੋਕ ਦਾ ਖੇਲ ਚੱਲ ਰਿਹਾ ਹੈ। ਔਰ ਸਭ ਦੇ ਥੱਲੇ ਦਾ ਏਰੀਆ ਹੋ ਗਿਆ ਕਹਿੰਨੇ ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਜਿੱਥੇ ਆਕਾਰ ਤਿਆਰ ਹੋ ਗਿਆ ਉੱਥੇ ਮਾਇਆ ਆ ਗਈ। ਇਹੋ ਸਰੀਰ ਸਭ ਮੂਲ ਹੈ ਮਾਇਆ। ਸਾਡੀ ਬੋਡੀ ਦਾ ਆਕਾਰ ਹੈਗਾ ਨਾ, ਤੇ ਆ ਮਾਇਆ ਹੈ। ਤੇ ਸਾਨੇ ਬੋਡੀ ਨੂੰ ਛੱਡਣਾ, ਸਭ ਤੋਂ ਪਹਿਲਾਂ ਉਹਨਾਂ ਨੇ ਕੀ ਸੁਝਾਅ ਦਿਆ? ਉਹ ਕਹਿੰਦੇ ਜੇ ਤੇਰੇ ਮੁਖ ਦੇ ਵਿੱਚ ਪਾਉਣ ਦੇ ਵਿੱਚ ਤੇ ਜੋ ਆਵਾਜ਼ ਬਣ ਰਹੀ ਹੈ ਨਾ, ਇਹਨੂੰ ਫੜ। ਬੋਡੀ ਨੂੰ ਨਾ ਦੇਖੇ, ਬੋਡੀ ਕੈਸੇ ਬੈਠੀ ਹੈ, ਕੀ ਕਰ ਰਹੀ ਹੈ, ਹਿਲ ਰਹੀ ਹੈ, ਘूम रही है, झूम रही है, ਜੋ ਵੀ ਕਰ ਰਹੀ ਹੈ ਇਹਨੂੰ ਕਰਨ ਦੇ। ਤੂੰ ਆ ਹੈ ਹੀ ਨਹੀਂ ਨਾ, ਇੱਥੇ ਤੈਨੇ ਇੰਟਰਫੇਅਰ ਨਹੀਂ ਕਰਨਾ। ਤੂੰ ਤਾਂ ਇੱਕ ਆਵਾਜ਼ ਹੈ ਤੇ ਤੂੰ ਆਪਣੀ ਸਟੇਜ ਦੇ ਅਨੁਸਾਰ ਦੇਖ, ਤੇਰੇ ਪਾਸ ਹੁਣੇ ਕੋਈ ਆਵਾਜ਼ ਹੈਗੀ? ਕਹਿੰਦੇ ਸਾਡੇ ਪਾਸ ਤਾਂ ਨਾਮ ਨਹੀਂ ਹੈਗਾ। ਕਹਿੰਦੇ ਇੱਕ ਆਵਾਜ਼ ਹੈਗੀ ਫੇਰ ਵੀ, ਜੋ ਤੇਰੇ ਮੁਖ ਤੇ ਨਿਕਲ ਰਹੀ ਹੈ। ਉਹਨੂੰ ਸਵਾਸ ਗ੍ਰਾਸ ਦੇ ਵਿੱਚ ਲੈ ਲੈ। ਅਕਾਲ ਪੁਰਖ ਪਰਮਾਤਮਾ ਨੇ, ਸਾਨੇ ਵਿਧੀ ਬਣਾਉਣ ਦੀ ਜ਼ਰੂਰਤ ਨਹੀਂ ਹੈਗੀ। ਅਕਾਲ ਪੁਰਖ ਪਰਮਾਤਮਾ ਨੇ ਆਪ ਨੇ ਵਿਧੀ ਦੀ ਹੈ। ਦੇਖੋ ਸਵਾਸ ਕਿਵੇਂ ਚਲਦੀ ਹੈ, ਸਵਾਸ ਗ੍ਰਾਸ ਚਲਦੀ ਹੈ। ਸਵਾਸ ਅੰਦਰ ਗਈ, ਸਵਾਸ ਬਾਹਰ ਗਈ, ਗ੍ਰਾਸ। विधि साने बनाई कि मालिक ने बना के भेजी है? मालिक ने बना के भेजी है विधि। वो कहने तेने अपना दिमाग नहीं लगाना हैगा, अपनी मन मत ते नहीं तू आ सकदा, गुरमत ते चल। श्वास अंदर गई, वाहे शब्द का उच्चारण कर। उच्चारण तो भाव है धुन, धुन नु पकड़। तू शरीर नहीं है, तू धुन है। उस धुन नु पकड़ पकड़ के उस च पाउण ते जो पाउण दे विच समा जा, क्योंकि आ पाउण दी अगन बिंब बाणी है, ਇਹਦੇ ਵਿੱਚ ਸਮਾ। जब तू ਇਹਦੇ ਵਿੱਚ ਸਮਾ ਜਾਏਗਾ ਤੇ ਤੈਨੂੰ ਅਕਾਲ ਪੁਰਖ ਪਰਮਾਤਮਾ ਦੇ ਘਰ ਦੀ ਅੰਮ੍ਰਿਤ ਬਾਣੀ ਸੁਣਨੇ ਨੂੰ ਮਿਲੂਗੀ। ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਕਹਿੰਦੇ ਤੂੰ ਉਸ ਆਵਾਜ਼ ਨੂੰ ਸੁਣ। ਫੇਰ ਵੀ ਤੈਨੇ ਕੀ ਕਰਨਾ ਹੈ? जब तू लोक दे विच आया था तावी सुन सुन के ही तेने हृदय च बसाया था ज्ञान, दृष्टमान ज्ञान तेने सुन सुन के बसाया था। उस तो बाद तेरी अखा, जब अखा बच्चे दी पुतलियां होनियां ना घूमदियां रहनियां, ਉਹਨੂੰ ਸਹੀ डायरेक्शन ਦੇ ਵਿੱਚ ਦੇਖਣਾ ਹੀ ਨਹੀਂ ਆਂਦਾ। ਆਈ ਤਾਂ ਸਾਡੇ ਸਾਥ ਹੋਇਆ ਹੈ, ਸਾਡੇ ਵੀ ਤਾਂ ਚੰਦ ਸੂਰਜ ਸਾਹਮਣੇ ਹੈਗੇ, ਸਾਨੂੰ ਵੀ ਤਾਂ ਦੇਖਣਾ ਨਹੀਂ ਹੈਗਾ ਆਂਦਾ। कभी खब्बी ਅੱਖ ਕਿੱਧਰ ਨੂੰ ਚਲੀ ਜਾਂਦੀ ਹੈ, ਸੱਜੀ ਕਿੱਧਰ। ਸਾਨੂੰ ਲੱਗਦਾ ਅਸੀਂ ਠੀਕ ਦੇਖ ਰਹੇ। ਕਿਉਂ? ਕਿਉਂਕਿ ਅਸੀਂ ਆਕਾਰਾਂ ਨੂੰ ਦੇਖ ਰਹੇ, ਸਾਨੂੰ ਲੱਗਦਾ ਆਕਾਰ ਦਿਖਾਈ ਦੇ ਰਿਹਾ ਤਾਂ ਸਾਡੀ ਨਜ਼ਰ ਠੀਕ ਹੈਗੀ। ਉਹ ਕਹਿੰਦੇ ਚੰਦ ਸੂਰਜ ਸਾਹਮਣੇ ਹੈਗੇ, ਦ੍ਰਿਸ਼ਟੀ ਸਾਹਮਣੇ ਹੈਗੀ, ਤੁਹਾਨੂੰ ਦੇਖਣਾ ਨਹੀਂ ਆਉਂਦਾ।
तो कहने जैसे ज्ञान इंद्री बच्चे ਦੇ ਪਾਸ थी, ਅੱਖਾਂ ਦੀ ਗਿਆਨ ਇੰਦਰੀ ਬੱਚੇ ਦੇ ਪਾਸ थी, ਪਰ ਉਹਨੂੰ ਯੂਜ਼ ਨਹੀਂ ਕਰਨੀ ਆਂਦੀ थी ਤੇ ਉਹਨੂੰ ਯੂਜ਼ ਕਰਨਾ ਸਿਖਾਇਆ था ਤੇਰੇ ਵਰਗੇ ਲੋਕਾਂ ਨੇ। तो कहने हुन गुरमत ने तेनू सुनना ते देखना सिखाना है। दो ही विधियां है मालिक दे घर जाण दे लई, सुनना ते देखना। थल्ले दी विधियां है भाव होना चाहिए, लेकिन आप विधियां दे द्वारा चल रहे हैं। तो कहने तेनू सुनना, सब तो पहला तो तेनू सुनना आना चाहिए। कहने सुनिया मनिया मन कीता भाओ, अंतरगत तीरथ मल नाओ। पहले तो तू सुनना सीख, सब तो पहला सुनना सीख। सुन के की मन ना सीख। तेने संसार ਨੂੰ ਸੁਣਾ, ਫਿਰ ਉਹਨੂੰ ਮੰਨਣਾ, ਫਿਰ ਉਹਦੇ ਪ੍ਰਤੀ ਤੇਰੇ ਹਿਰਦੇ 'ਚ ਭਾਵ ਪ੍ਰਗਟ ਹੋਏ ਤਾਂ ਤੂੰ ਖੇਲਣ ਲਗਾ। ਔਰ ਅੱਜ ਨੂੰ ਇੱਕ ਖਿਲਾੜੀ ਬਣ ਗਿਆ, ਲੋਕ ਦਾ ਬਹੁਤ ਸੁਪਰ ਖਿਲਾੜੀ ਬਣ ਗਿਆ ਤੂੰ। ਕਹਿੰਦੇ ਹੁਣ ਤੈਨੇ ਪਰਲੋਕ ਦਾ ਗਿਆਨ ਵੀ ਇਸੀ ਤਰੀਕੇ ਦੇ ਲੈਣਾ। ਸੁਣ ਪਹਿਲਾਂ, ਫਿਰ ਮੰਨ। ਕਿਉਂਕਿ ਅਗਰ ਦ੍ਰਿਸ਼ਟਮਾਨ ਰੂਪ ਦੇ ਵਿੱਚ ਵੀ ਤੂੰ ਅਗਰ ਨਾ ਮੰਨਦਾ ਨਾ, ਤੇ ਤੈਨੂੰ ਲੋਕਾਂ ਨੇ ਮੂਰਖ ਸਾਬਿਤ ਕਰ ਦੇਣਾ ਥਾ, ਪਾਗਲ ਸਾਬਿਤ ਕਰ ਦੇਣਾ ਥਾ। ਤੇ ਸਾਨੂੰ ਵੀ ਤਾਂ ਗੁਰਬਾਣੀ ਗੁਰੂ ਦੇ ਵਿੱਚ ਚੋਰ ਬੋਲਾ ਗਿਆ ਹੈ, ਜੋ ਨਾਮ ਨੂੰ ਨਹੀਂ, ਨਾਮ ਜਿਨ੍ਹਾਂ ਦੀ ਨਾਮ ਨੂੰ ਨਹੀਂ ਜੋ ਸੁਣਦੇ, ਜੋ ਨਾਮ ਨੂੰ ਨਹੀਂ ਮੰਨਦੇ, ਨਾ ਉਹਨੂੰ ਸੁਣਦੇ, ਤੇ ਉਹਨਾਂ ਨੂੰ ਗੁਰਬਾਣੀ ਗੁਰੂ ਦੇ ਵਿੱਚ ਚੋਰ ਦੀ ਪਦਵੀ ਦੀ ਗਈ ਹੈ। ਮੂਰਖ ਬੋਲਾ ਗਿਆ ਹੈ, ਮੂਰਖ ਮੁਗਧ। जैसे कि दृष्टमान ਦੇ ਵਿੱਚ ਅਗਰ ਕਿਸੇ ਬੱਚੇ ਨੂੰ ਦ੍ਰਿਸ਼ਟਮਾਨ ਗਿਆਨ ਬਾਰ-ਬਾਰ ਦ੍ਰਿੜ ਕਰਾਇਆ ਜਾਏ, ਅਗਰ वो ना ਉਹਨੂੰ ਮੰਨੇ, भाव पकड़ना मनना, अगर वो ਉਹਨੂੰ ਸੁਣ, ਪਹਿਲਾਂ ਤਾਂ वो सुनूगा, अगर वो सुन के ਉਹਨੂੰ ਨਾ ਮੰਨੇ ਤੇ ਅਸੀਂ ਕਹਿ ਦਿੰਦੇ ਕਿ ਇਹਦਾ ਮਾਨਸਿਕ ਸੰਤੁਲਨ ਠੀਕ ਨਹੀਂ ਹੈਗਾ, ਡਾਕਟਰ ਨੂੰ ਦਿਖਾਓ। ਤੇ ਸਾੜੀ ਵੀ वो ਇੱਕ ਕੰਡੀਸ਼ਨ ਹੋਈ ਹੋਈ ਹੈ, ਸਾੜਾ ਵੀ ਮਾਨਸਿਕ ਸੰਤੁਲਨ ਠੀਕ ਨਹੀਂ ਹੈਗਾ। ਕਦੀ ਰਜੋਤ ਚਲੇ ਜਾਣੇ, ਕਦੀ ਤਮੋਤ ਚਲੇ ਜਾਣੇ, ਕਦੀ ਸਤੋਤ ਚਲੇ ਜਾਣੇ। फोकस आवाज पे नहीं करते, सुनते नहीं, सुनते की नहीं, नाम नहीं सुनते, आवाज नहीं सुनते। जब सुनते नहीं तो लोक दे विच एंटर नहीं हो रहे, खिला अपन लोक दे विच किवें खेलेंगे, कैसे जाएंगे उधर वापस। तो उन्होंने इशारा दिया, कहते सुनना सीख सब तो पहला। गाविए सुनिए मन रखिए पाओ, दुख पर हर सुख घर ले जाए। मोहरा लगा लगा के, स्टंप लगा लगा के, थप्पे लगा लगा के बोला। गुरबाणी ने एवं नहीं किया कि कुछ भी बस रस्ते चल दे, कुछ भी किसी को पूछो और बस चल पड़ो, नहीं। एक एक पॉइंट क्लियर सत सत करके दिया है, 100% लिख के, बिल्कुल सत सत करके, कि जो मनूगा, जो सुनूगा, जो मनूगा, जो भाव प्रकट करूगा, वो तरूगा। कोई हिस्टोरिकल ज्ञान नहीं हैगा। ਉਹ ਕਹਿੰਦੇ ਤੂੰ ਸੁਣਨਾ ਸਿੱਖ, ਸੁਣਨੇ ਤੇ ਬਾਅਦ ਜਦ ਬੱਚਾ ਸੁਣਨਾ ਸਿੱਖਦਾ ਤਾਂ ਫਿਰ ਉਹਨੂੰ ਇਸ਼ਾਰੇ ਦੇ ਰਾਹੀਂ ਆਕਾਰ ਤੋਂ ਜੋੜਾ ਜਾਂਦਾ। तो कहने फिर अगली विधि सानू भी गुरमुखा दे राही ध्यान दी लगवाई जाती। लेकिन साड़ी मिस्टेक कि सुनना आया नहीं, कि ध्यान दी अवस्था च जाने की कोशिश करन लगे। ते वाहिगुरु जिन्हों सुनना नहीं आंदा, वो ध्यान दी अवस्था च किवें चला जाऊगा। जिहदी पौण ही समनी होई, बराबर नहीं होई, उदे चंद सूरज सम किवें हो जाएंगे, हो नहीं सकता ऐसा। ਉਹ ਕਹਿੰਦੇ ਪਹਿਲੇ ਲੋਕ ਨੂੰ ਪਾਰ ਕਰ, ਸਵਾਸ ਗ੍ਰਾਸ ਵਿਧੀ ਦੇ ਰਾਹੀਂ ਲੋਕ ਨੂੰ ਪਾਰ ਕਰ। ਜਿਸ ਦਿਨ ਲੋਕ ਨੂੰ ਪਾਰ ਕਰਨੇ ਚ ਕਾਮਯਾਬ ਹੋ ਗਿਆ, ਪਰਲੋਕ ਦਾ ਦਰਵਾਜ਼ਾ ਆਪ ਖੁੱਲ ਜਾਊਗਾ। अगर तू छाल मारना चाहे कि लोक ते सीधा परलोक च पहुंच जा, कहते ऐसा हो नहीं सकता, क्योंकि तेन बंधन बहुत पड़े हुए हैं। कहने उन बंधना नु कट लै। कहने कैसे कट्टा, कहने वाहिगुरु गुरमंत्र दे राही कट लै, धुन नु फड़ फड़ के कट लै। क्योंकि जो तेरे मन का अटैचमेंट हो रहा ना, किस चीज हो रहा, कहने पौड़ गुरु, लोक दा गुरु है पौड़, एदे साथ तेरा संपर्क होया होया है। अच समा जा, छुड़ दे थल्ले दे एरिए नू। क्योंकि ए पौड़ दे राही जब अंदर जाती है, ते ए दे राही जो अंदर तत्व है उस ची विचार चल रहा है, ते तू खेलन लगदा है, जिन्ना तू काफी टाइम ते खेल रहा है।
तो कहने ऐस ची बैठ के ऐस ची समा के जिथे ते अगे ते आ रही है, किथे ते आ रही है वाहिगुरु, नक दे नोक दे पासे वाले एरिए ते अगे ते आ रही है, फ्रंट ते आ रही है स्पेस ते। कहने एदा पिछा करा किथे ते आ रही है, कहने अगे ते आ रही है, श्वास ग्रास विधि दे राही आ रही है। तो कहने श्वास ग्रास ध्याए मेरा हर हर, सो गुरु सिख गुरु मन भावे। कहने ए विच बह के तेरी की मिस्टेक है कि तू नक दी नोक दे पासे वाले एरिया च बैठा है ते पाउंड जब अंदर नु जांदी है ते तेरा जो सफर है ना, सफर तू जो सफर करदा ते थल्ले नु करदा, जिसकी वो विचार चलते रहने हैं। तू फ्रंट वाले एरिया नु कभी नहीं जांदा, जिन्हों की गुरमुख सानू सोजी देने कि अपनी नकरी नोक दे मत्थे दे वल हथे अखा दे सामने महसूस करदे होया आवाज लगाओ। वाहेगुरु बरीकी नु समझना आवाज लगाने का की मतलब हैगा। नक दी नोक दे पासे ते आवाज आ रही है, इत्थे समा रही है। तो कहने तू थल्ले नु ना जाके तू अगे नु जा, इत्थे ते अखा दे राही जोत नु उठा के ए अगे ले जा स्पेस च जिथे पौन समा रही है। किथे ते आ रही है पौन, स्पेस ते आ रही है। जिथे जाके पौन समा रही है उत्थे जाके नाम प्रकट हो रहा है। किथे समा रही है, सुन दे विच समा रही है। उत्थे मालिक दी कथा चल रही है, यानी सबते उत्तम हर की कथा, नाम सुनत दर्द दुख लथा। सुन समाद गुफाते आसन, किथे बैठा मालिक, सुन्न च बैठा। सुन किथे हैगी, अपनी अखा दो अंदर भी सुन है जो खाली खला है। जो ये अस बॉडी तो विचारा तो, क्योंकि बॉडी माया है, कोशिश कर रहे हैं और भी बरीकी दे विच जान दी। बॉडी माया है, बॉडी नु छड्ड के सब सुन ही सुन है। खाली खला जो है, आप अपने अगले वाले एरिया च देखो, सुन है, खाली खला है, ठीक है। साढ़े अंदर भी है खाली खला, उस च भी मालिक बैठा है, तो मतलब सुन्न च बैठा ना मालिक। ता बॉडी जिथे खत्म हो गई, जिथे दृष्टमान आकार विचार माया खत्म हो गई, मालिक ही मालिक हो गया। इसीलिए वो कहने हैं कि अपने आप नु बॉडी नहीं मनना। इसीलिए सानू श्वास ग्रास विधि दी गई है सिमरन दी, कि जब तुसी श्वास ग्रास विधि करोगे तो थोड़ा जो आसन है सुन दे विच जाके बंध जाऊगा। सहज गुफा ते आसन पांदिया, इत्थे आसन बंध जाऊगा सुरत दा, मन दा सुरत रूप होके। कहने जिथे पौन समा रही है उत्थे जाके एक साउंड प्रकट हो रहा है। कहने कबीरदास जी ने लिखा, तेरे द्वारे धुन सहज की माथे मेरे दगाई। ये कहानी दसदी कि तेरा द्वारा है वो मालिक, लोक दा एरिया थल्ले रह गया। जब मैं विचारा तो रहत होकर लोक नु छड़ के आया ते उत्थे एक धुन प्रकट होई। ते वो धुन प्रकट किथे हो रही है, वाहिगुरु जिथे पौन समा रही है। ते आपां ने देखना पौन किथे समा रही है, इत्थे समा रही है अपने नक दे अगे ही। ते बाहर ते ज्ञान नहीं लेना आपां ने कि किथे समा रही है, इत्थे समा रही है। देखो प्रैक्टिकली देखो, नक दे विच आ रही है, वापस समा रही है। जिथे पौन समा रही है उत्थे नाम प्रकट हो रहा है। लेकिन पौड़ ता निरंतर समा रही है, लेकिन साड़ा मन पौड़ दे विच बह के अस श्वास ग्रास विधि दे राही जिस दिन उस च समा जाऊगा, जिस दिन उस च समा जाऊगा ते लोक नु छुड़ दूगा। लोक तो भाव है रजगुण तमगुण सतगुण विचारा नु छुड़ दूगा। त्रैगुण काले की सरकार, रजगुण तमगुण सतगुण कही है एह तेरी सब माया। जिस दिन इनू छुड़ दूगा उस दिन सुनना च आसन बंद लूगा, थिर घर दे विच आसन बंद लूगा, 10वें द्वार तो सुरती जाके बह जाऊगी, निज घर तो जाके बह जाऊगी। तो कहने उत्थे की सुनाई दूगा, लोक दा गुरु पौन है, परलोक दा गुरु नाम है। उत्थे जाके सुनाई देना नाम। जब वो नाम सुनाई दूगा उन्होंने बोला गया है अमृत बाणी, जिहदी सुन सुन के जिवें कि आपां ने अपनी धुन नूं जो हमारे पास हुन धुन है इनू सुन सुन के सेवा करी, वाहिगुरु गुरु मंत्र दे राही मालिक दी सेवा करी। उस तो बाद आपां नूं मालिक दी धुन
हाँ जी, वाहिगुरु जी का खालसा, वाहिगुरु जी की फतेह। हाँ जी वाहिगुरु, आवाज आ रही है जी? ਹਾਂਜੀ ਵਾਹਿਗੁਰੂ ਆ ਰਹੀ ਆਵਾਜ਼। ਤੇ ਗੁਰਬਾਣੀ ਗੁਰੂ ਸਾਨੂੰ ਸੋਝੀ ਦਿੰਦੇ ਹੈ ਕਿ ਜਿੱਥੇ ਪੌਣ ਸਮਾ ਗਈ ਉੱਥੇ ਸ਼ੁਰੂ ਹੋ ਗਿਆ ਪ੍ਰਲੋਕ। ਲੇਕਿਨ ਪੌਣ ਦੇ ਸਮਾਨੇ ਤੇ ਭਾਵ ਹੈ ਕਿ ਤੇਰਾ ਮਨ ਸੁਰਤ ਰੂਪ ਹੋ ਕੇ ਉੱਥੇ ਸਮਾ ਜਾਵੇ। ਜਦ ਤੇਰਾ ਮਨ ਉੱਥੇ ਬੈਠੂਗਾ ਜਾ ਕੇ ਸੁਰਤ ਰੂਪ ਹੋ ਕੇ, ਤੇ ਉੱਥੇ ਉਹਨੂੰ ਇੱਕ ਆਵਾਜ਼ ਸੁਣਨੀ ਹੈ। वो आवाज जो लिखन पढ़न ਦੇ ਵਿੱਚ ਨਹੀਂ ਆਉਂਦੀ, ਜਿਹਨੂੰ ਬੋਲਾ ਗਿਆ ਹੈ ਨਾਮ। ਨਾਮ ਨਿਰੰਜਨ, ਹੁਕਮ, ਸਹਿਜ ਧੁਨ। ਕਹਿੰਦੇ ਫੇਰ ਤੈਨੇ ਉਹਦੀ ਸੁਣ ਸੁਣ ਕੇ ਕੁਛ ਨਹੀਂ ਕਰਨਾ, ਤੈਨੇ ਸੁਣ ਕੇ ਉਹਦੀ ਸੇਵਾ ਕਰਨੀ ਹੈ। ਔਰ ਫੇਰ ਥੈਨੇ ਅਗਰ ਥੱਲੇ ਦੇ ਏਰੀਏ 'ਚ ਵੀ ਉਤਰਨਾ ਹੈ ਤੇ ਉਹਨੂੰ ਸੁਣ ਕੇ ਹਿਰਦੇ 'ਚ ਇਤਨਾ ਵਸਾ ਲੈਣਾ ਹੈ ਕਿ ਜਦ ਤੂੰ ਥੱਲੇ ਵਾਲੀ ਏਰੀਏ 'ਚ ਉਤਰੇ, ਤੇ ਜਿਵੇਂ ਕਿ ਆਪਾਂ ਨੂੰ ਗੁਰਬਾਣੀ ਗੁਰੂ ਦੇ ਵਿੱਚ ਸੋਝੀ ਦੀ ਕਿ ਕਹਿੰਦੇ ਹੁਕਮੀ ਕਾਰ ਕਮਾਓ। ਫਿਰ ਸਦੋ ਤੇ ਜਾਵੇ, ਰਜੋ ਤੇ ਜਾਵੇ, ਭਾਵੇਂ ਯੂਜ਼ਫੁਲ ਤਮੋ ਤੇ ਵੀ ਜਾਵੇ, ਤੇ ਹੁਕਮ ਦੇ ਵਿੱਚ ਜਾਈ। ਨਾਮ ਦੇ ਰਾਹੀਂ ਬੜਜ ਕਰੀ, ਵਪਾਰ ਕਰੀ। ਅਗਰ ਤੂੰ ਨਾਮ ਦਾ ਸਹਾਰਾ, ਜੋ ਤੇਰਾ ਨਾਮ ਵਿਸਰ ਗਿਆ ਨਾ ਇਤਨੇ ਸਮੇਂ ਤੋਂ, ਜਿਹਦੇ ਕਾਰਨ ਕਿ ਤੂੰ ਪੰਜਾਂ ਦਾ ਚਾਕਰ ਬਣ ਗਿਆ, ਬੰਦੀ ਬਣਾ ਲਿਆ ਪੰਜਾਂ ਨੇ ਤੈਨੂੰ। और कोई वजह नहीं, जो तेरी चीरी थी, चिट्ठी थी अकाल पुरख परमात्मा दे बल्लों नाम दी हुई, ਉਹ ਤੈਨੇ ਵਿਸਾਰ ਦੀ, ਜਿਹਦੇ ਕਰਕੇ ਕਿ ਤੇਰੇ ਪਾਸ ਲੋਕ ਦੇ ਵਿੱਚ ਆ ਕੇ ਤੇਰੇ ਪਾਸ ਕੋਈ ਪ੍ਰਮਾਣ ਪੱਤਰ, ਜਿਵੇਂ ਕਹਿ ਦਿੰਦੇ ਕੋਈ ਸਰਟੀਫਿਕੇਟ ਨਹੀਂ, ਜਿਹਦੇ ਕਰਕੇ ਕਿ ਇਹਨਾਂ ਨੇ ਤੈਨੂੰ ਚੋਰ ਸਮਝ ਕੇ ਬੰਦੀ ਬਣਾ ਲਿਆ। ਕਹਿੰਦੇ ਹੁਣ ਅਗਰ ਤੈਨੇ ਇੱਥੇ ਬੜਜ ਵਪਾਰ ਕਰਨਾ ਹੈ ਤੇ ਆਪਣੀ ਜੋ ਚੀਰੀ ਚਿੱਠੀ ਹੈ, ਜੋ ਨਾਮ ਦੀ ਅਕਾਲ ਪੁਰਖ ਪਰਮਾਤਮਾ ਦੇ ਰਾਹੀਂ ਹੁਣ ਮਿਲ ਗਈ, ਜਿਨ੍ਹਾਂ ਗੁਰਮੁਖਾਂ ਨੂੰ ਮਾਲਿਕ ਨੇ ਕਿਰਪਾ ਕਰ ਦੀ, ਤੇ ਉਹ ਕਹਿੰਦੇ ਉਹਨੂੰ ਨਾ ਛੁੱਟਦੀ। ਜਿੱਥੇ ਤੈਨੇ ਉਹਨੂੰ ਛੁੱਟ ਦਿਆ, ਤੈਨੂੰ ਫਟਾਫਟ ਇਹਨਾਂ ਨੇ ਆਪਣੇ ਅੰਡਰ ਦੇ ਵਿੱਚ ਲੈ ਲੈਣਾ ਹੈ। ਜਿਵੇਂ ਕਿ ਕੋਈ ਪਾਸਪੋਰਟ ਲਗਾਓ, ਕੁਛ ਇਸ ਟਾਈਪ ਤੋਂ ਕਿਤੇ ਆਪਾਂ ਅਦਰ ਏਰੀਆ ਦੇ ਵਿੱਚ ਜਾਵੇਂ ਤੇ ਉਹਦੇ ਲਈ ਆਪਾਂ ਨੂੰ ਇੱਕ ਪਹਿਚਾਨ ਪੱਤਰ ਹੋਣਾ ਬਹੁਤ ਜ਼ਰੂਰੀ ਹੈ, ਸਰਟੀਫਿਕੇਟ। ਅਗਰ ਆਪਣੇ ਪਾਸ ਉਹ ਨਹੀਂ ਹੈਗਾ ਤੇ ਉੱਥੇ ਦੇ ਲੋਕਾਂ ਨੇ ਆਪਾਂ ਨੂੰ ਮੁਜਰਿਮ ਬਣਾ ਕੇ, ਚੋਰ ਸਮਝ ਕੇ, ਹੈ ਨਾ, ਤੋਂ ਬੰਦੀ ਖਾਨੇ ਦੇ ਵਿੱਚ ਡਾਲ ਦੇਣਾ ਹੈ। ਇਸੀ ਤਰੀਕੇ ਦੇ ਇਹਨਾਂ ਨੇ ਆਪਾਂ ਨੂੰ ਪੰਜਾਂ ਨੇ, ਜਿਨ੍ਹਾਂ ਦੇ ਪਾਸ ਉਹ ਨਾਮ ਦੀ ਦਾਤ, ਹੁਕਮ ਦੀ ਦਾਤ, ਚੀਰੀ ਚਿੱਠੀ ਮਾਲਿਕ ਦੀ ਵਿਸਰ ਗਈ ਜਿਨ੍ਹਾਂ ਤੋਂ, ਉਹਨਾਂ ਨੂੰ ਬੰਦੀ ਖਾਨੇ ਦੇ ਵਿੱਚ ਡਾਲ ਦਿਆ। ਉਹ ਬੰਦੀ ਖਾਨਾ ਹੈ ਲੋਕ ਵਿਚਾਰਾਂ ਦਾ। ਉਹ ਕਹਿੰਦੇ ਹੁਣ ਜਦ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਗੁਰੂ ਦੇ ਰਾਹੀਂ ਤੂੰ ਪਰਲੋਕ ਦੇ ਵਿੱਚ ਪਹੁੰਚ ਗਿਆ, ਆਪਣੇ ਦੁਆਰ ਤੋਂ ਪਹੁੰਚ ਗਿਆ, ਤੇ ਤੈਨੂੰ ਉਹ ਚੀਰੀ ਚਿੱਠੀ ਦੁਬਾਰਾ ਤੋਂ ਵਾਪਸ ਮਿਲ ਗਈ, ਕਲਯੁਗ ਦੇ ਸਮੇਂ ਦੇ ਵਿੱਚ ਆ ਕੇ ਮਿਲੀ ਹੈ। ਬਹੁਤ ਲੰਬਾ ਸਮੇਂ ਹੋ ਗਿਆ ਨਾਮ ਪ੍ਰਗਟ ਦੇ ਲਈ। ਨਾਮ ਪ੍ਰਗਟ ਨੂੰ ਕਲਯੁਗ ਦੇ ਵਿੱਚ ਬਤਾਇਆ ਗਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹੇ ਕਲਯੁਗ ਦੇ ਸਮੇਂ ਦੇ ਵਿੱਚ ਜਾ ਕੇ ਨਾਮ ਪ੍ਰਗਟ ਹੋਣਾ ਹੈ। ਉਹਨਾਂ ਤੋਂ ਪ੍ਰਗਟ ਹੋਣਾ ਹੈ ਜੋ ਧੁਰ ਦੇ ਲੇਖੇ ਲੈ ਕੇ ਆਏ हैं। ਜ਼ੋਰ ਨਾਲ ਨਹੀਂ ਹੋਣਾ, ਜ਼ੋਰ ਦਾ ਖੇਲ ਹੀ ਨਹੀਂ ਹੈਗਾ। तो कहने जिन्हों ਨੂੰ वो चिट्ठी मिल जाऊगी, जो लिख वो मिल जाऊगा, नाम हुक्म मिल जाऊगा, ਉਹ ਬਹੁਤ ਹੀ ਸਰਲ ਤਰੀਕੇ ਨਾਲ, ਸੌਖੇ ਢੰਗ ਦੇ ਨਾਲ ਅਕਾਲ ਪੁਰਖ ਪਰਮਾਤਮਾ ਜੀ ਦੇ ਸਨਮੁਖ ਹੋ ਜਾਏंगे। ਲੇਕਿਨ ਉਹਨੂੰ ਆਪਣੇ ਵਿਸਾਰਨਾ ਨਹੀਂ ਹੈਗਾ, ਉਹਨੂੰ ਨਾਮ ਨੂੰ ਨਹੀਂ ਵਿਸਾਰਨਾ ਹੈਗਾ। ਜੇ ਨਾਮ ਨੂੰ ਵਿਸਾਰ ਦਿਆ ਫਿਰ ਇਹਨਾਂ ਨੇ ਬੰਦੀ ਬਣਾ ਲੈਣਾ ਹੈ, ਕਿਉਂਕਿ ਆਪਾਂ ਨੇ ਇਹਨਾਂ ਦੀ ਏਰੀਆ ਦੇ ਵਿੱਚ ਵਪਾਰ ਕਰਨ ਆਣਾ ਹੈ। ਇਹਨਾਂ ਨੇ ਆਪਾਂ ਨੂੰ ਚੈੱਕ ਕਰਨਾ ਹੈ ਕਿ ਸਾਡੇ ਏਰੀਆ 'ਚ ਆਏ ਹੋ, ਦਿਖਾਓ ਕਿੱਥੇ ਤੇ ਆਏ ਹੋ, ਹੈ ਨਾ। ਤੇ ਸਾਨੂੰ ਫਟਾਫਟ ਨਾਮ ਦਾ ਸਹਾਰਾ ਲੈ ਕੇ ਦਿਖਾ ਦੇਣਾ ਕਿ ਅਸੀਂ परलोक तो आए हैं नाम ਦਾ ਬੜਾ ਵਪਾਰ ਕਰਨੇ। ਤੇ ਇਹਨਾਂ ਨੇ ਫਟਾਫਟ ਇੱਕ ਚਾਕਰ ਦੀ ਪਦਵੀ ਤੋਂ ਆ ਜਾਣਾ ਹੈ, ਸਲਾਮ ਕਰੇਗੇ। ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਅਪਾਰ ਬ੍ਰਹਮ ਅਕਾਲ ਪੁਰਖ ਪਰਮਾਤਮਾ ਦਾ ਸੰਗੀ ਹੈ, ਇਹਦੇ ਪਾਸ ਸਰਟੀਫਿਕੇਟ ਹੈ। ਜਿਵੇਂ ਕਿ ਆਪਣੇ ਪਾਸ ਪਾਸਪੋਰਟ ਹੁੰਦਾ, ਆਪਣੇ ਪਾਸ ਸਰਟੀਫਿਕੇਟ ਹੁੰਦਾ, ਆਪਾਂ ਕਿਤੇ ਵੀ ਜਾ ਸਕਦੇ हैं। ਕਿਉਂ? ਨਿਰਭਉ ਹੋ ਕੇ ਜਾ ਸਕਦੇ हैं, ਸਾਨੂੰ ਕੋਈ ਭੈ ਨਹੀਂ ਹੈਗਾ, ਕਿਉਂਕਿ ਸਾਡੇ ਪਾਸ ਫੁੱਲ ਤਰੀਕੇ ਦੇ ਇੱਕ मतलब जो भी अपनी एक यूजफुल चीज होती है, जब आप अदर एरिया ਦੇ ਵਿੱਚ ਜਾਂਦੇ वो ਸਾਡੇ ਪਾਸ अच्छे तरीके ਦੇ ਨਾਲ एकदम है। ਤੇ ਫਿਰ ਆਪਾਂ ਨੂੰ ਕੋਈ ਡਰ ਨਹੀਂ ਹੈਗਾ, ਆਪਾਂ ਨੂੰ ਕਿਸੇ ਨੇ ਨਹੀਂ ਰੋਕਣਾ। ਅਗਰ ਕਿਸੇ ਨੇ ਆਪਾਂ ਨੂੰ ਹੱਥ ਵੀ ਦੇਣਾ ਤਾਂ ਸਾਨੂੰ ਫਟਾਫਟ ਦਿਖਾ ਦੇਣਾ, ਕਿਉਂ ਕਹਿੰਦੇ ਜਾਓ ਜਾਓ ਅੱਗੇ ਜਾਓ, है ना। जैसे कि ਆਪਾਂ कोई वाहन लेने, कोई ਗੱਡੀ लेने, कुछ लेने, अगर उस पे नंबर ना डले हुए हो, ਉਹਦੇ कागज ना हो,
ਆਪਾਂ ਤਾਂ ਉਹਨਾਂ ਨੇ ਮੰਗਣੇ, ਆਪਾਂ ਪਾਸ ਹੈ ਨਹੀਂ, ਤੇ ਉਹਨਾਂ ਨੇ ਫਟਾਫਟ ਬੰਦੀਖਾਨੇ डाल देना, ਗੱਡੀ ਵੀ ਰੱਖ ਦੇਣੀ, ਆਪਾਂ ਨੂੰ भी अंदर अंदर डाल देना। चोर है ये तो। अगर अपने पास पूरे कागज हैं गड्डी दे, पूरे ड्राइविंग लाइसेंस है, सारा कुछ है सब, ते जैसे नंबर पहली बात तो गड्डी दे नंबर देख के किसी ने हथ दिया ना, अगर एक ने हथ दिया भी ते साने फटाफट निकाल कर दे दिए, उन्होंने बस कार दिखा के जाओ जाओ आगे जाओ, आगे जाओ, जिथे जा रहे हो जाओ फटाफट। ऐसे ही करके अपने पास भी हुक्म नाम मालिक दा एक पासपोर्ट है, एक सर्टिफिकेट है, एक पहचान पत्र है साड़ा, ਜਿਹਦੇ ਰਾਹੀਂ ਕਿ ਆਪਾਂ ਨੇ ਲੋਕ ਦੇ ਵਿੱਚ ਐਂਟਰ ਹੋਣਾ ਹੁੰਦਾ ਹੈ। जैसे ਆਪਾਂ ਲੋਕ ਦੇ ਵਿੱਚ ਆਨੇ हैं, ਇਹਨਾਂ ने देखना ਹੁੰਦਾ है, दिखाओ, अगर साढ़े पास वो है तो फिर ठीक है, अगर नहीं हैगा ते नाके बने हुए ना जैसे कि होने हैं, है ना, सिक्योरिटी से खड़े हुए, क्योंकि अनादा एरिया है। अकाल पुरख परमात्मा ने काल ਨੂੰ खुद अपने ਹੱਥ ਹੀ दिया है ਆ ਸਾਰਾ ਏਰੀਆ ਲੋਕ ਦਾ, ਕਹਿੰਦੇ ਮੇਰੇ ਏਰੀਆ ਦੇ ਵਿੱਚ ਐਸੇ ਨਹੀਂ ਕੋਈ ਆ ਸਕਦਾ, ਜੇ ਮੇਰੇ ਏਰੀਆ ਦੇ ਵਿੱਚ ਐਸੇ ਆਊਗਾ ਤਾਂ ਮੈਂ ਉਹਨੂੰ ਚੋਰ ਮੰਨੂਗਾ, मैंने ਉਹਨੂੰ ਬੰਦੀਖਾਨੇ ਦੇ ਵਿੱਚ डाल देना है, ਜਿਵੇਂ ਕਿ ਆਪਾਂ ਨੂੰ डाल दिया। ਤੇ ਹੁਣ ਆਪਾਂ ਨੂੰ ਕੱਢਣ ਦੇ ਲਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਸੋਝੀ ਦੇ ਰਹੇ ਹਨ, ਕਹਿੰਦੇ ਜਾਓ ਵਾਪਸ ਚੌਥੇ ਪੱਦੇ ਵਿੱਚ ਜਾ ਕੇ ਆਪਣੇ ਨਾਮ ਖਜ਼ਾਨੇ ਨੂੰ ਲੈ ਲਓ, और जिन्ना स्वासा रूपी धन है, कहने हाथ पैर ते काम कर चीत निरंजन नाम, नाम नू ना विसार दी, जे नाम नू विसार दिया ते तेनू बंदी बना लेंगे फिर दोबारा। ਅਸੀਂ कहने जी वाहिगुरु मालिक दी कृपा है नाम दी, फिर भी अमृत रस नहीं आंदा, क्यों? ਉਹ ਕਹਿੰਦੇ ਤੂੰ ਵਿਸਾਰ ਦੇਣਾ ਉਸ ਨਾਮ ਨੂੰ, ਤੂੰ ਆਪਣਾ ਸਰਟੀਫਿਕੇਟ ਆਪਣਾ ਪਾਸਪੋਰਟ ਪਤਾ ਨਹੀਂ ਕਿੱਥੇ ਛੁੱਟ ਜਾਣਾ, ਫਿਰ ਅੱਗੇ ਚਲਾ ਜਾਣਾ, ਉਹਨਾਂ ਨੇ ਚੈੱਕ ਕਰਨਾ, ਉਹਨਾਂ ਨੇ ਬੰਦੀ ਬਣਾ ਲੈਣਾ ਤੈਨੂੰ, ਤੂੰ ਕਹਿੰਦਾ ਫਿਰ ਤੂੰ ਵਾਪਸ ਜਾਣਾ, ਕਹਿੰਦਾ ਜੀ ਹੈਗਾ ਮੇਰਾ ਪਾਸਪੋਰਟ ਪਿੱਛੇ ਰਹਿ ਗਿਆ ਮੈਂ ਲੈ ਕੇ ਆਣਾ, ਫਿਰ ਤੂੰ ਲੈ ਨਾ ਜਾਣਾ ਤੇ ਉਹ ਤਾਂ ਜੋ ਪਨਿਸ਼ਮੈਂਟ ਹੁੰਦਾ, ਜੋ ਤੈਨੂੰ ਸਜ਼ਾ ਮਿਲਣੀ ਹੁੰਦੀ, ਉਹ ਤਾਂ ਹੱਥੋਂ ਹੱਥ ਦੇ ਦਿੰਦੇ ਆ। ਤੇ ਅਸੀਂ ਕਹਿੰਦੇ ਜੀ ਫਿੱਕਾ ਫਿੱਕਾ ਜਿਹਾ ਲੱਗਦਾ, ਵਾਹਿਗੁਰੂ ਰਸ ਨਹੀਂ ਬਣਦਾ, ਮਾਲਿਕ ਦੀ ਨਾਮ ਤਾਂ ਹੈਗਾ ਪਰ ਆਨੰਦ ਜਿਹਾ ਨਹੀਂ ਆ ਰਿਹਾ, ਕਿਉਂ? ਕਿਉਂਕਿ ਤੂੰ ਉਹਦਾ ਸੰਗ ਨਹੀਂ ਕਰ ਰਿਹਾ, ਤੂੰ ਉਹਨੂੰ ਨਿਰੰਤਰ ਆਪਣੇ ਸਾਥ ਨਹੀਂ ਰੱਖ ਰਿਹਾ। ਜੇ ਤੂੰ ਉਹਨੂੰ ਨਿਰੰਤਰ ਲੈ ਕੇ ਚਲੇਗਾ ਨਾ ਸਾਥ, ਕਿਸੇ ਨੇ ਤੈਨੂੰ ਹੱਥ ਨਹੀਂ ਦੇਣਾ, ਸਲਾਮਾਂ ਹੋਏਗੀਆਂ ਤੈਨੂੰ, ਸਲਾਮਾਂ, ਸਤਿਕਾਰ करेंगे सारे लोग तेरा। ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਆਪਣੇ ਘਰ ਤੋਰਨ ਦੀ ਇੱਕ ਸੋਝੀ ਇਤਨੇ ਸਰਲ, ਇਤਨੇ ਪਿਆਰ ਦੇ ਨਾਲ ਦੱਸ ਰਹੇ ਹੈ ਕਿ ਕੋਈ ਵੀ, ਚਾਹੇ ਕੋਈ ਪੜ੍ਹਿਆ ਹੈ ਚਾਹੇ ਅਨਪੜ੍ਹ ਹੈ, ਚਾਹੇ ਜੋ ਵੀ ਕੋਈ ਹੈ ਜਿਹਦੇ ਅੰਦਰ ਭਾਵ ਹੈਗਾ, ਉਹ ਅਕਾਲ ਪੁਰਖ ਪਰਮਾਤਮਾ ਜੀ ਦਾ ਗਿਆਨ ਲੈ ਸਕਦਾ ਹੈ। ਭਾਵੇਂ ਕਿੰਨਾ ਹੀ ਪੜ੍ਹਾ ਲਿਖਾ ਹੈ, ਭਾਵੇਂ ਕਿਸੇ ਵੀ ਲੈਵਲ ਤੋਂ ਹੈ, ਅਗਰ ਉਹਦੇ ਵਿੱਚ ਭਾਵ ਨਹੀਂ ਹੈਗਾ ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਨਹੀਂ ਬਹਿ ਸਕਦਾ। ਬੋਡੀ ਕਰਕੇ ਬਹਿ ਜਾਊਗਾ ਲੇਕਿਨ ਮਨ ਕਰਕੇ ਉਹਦਾ ਆਸਣ ਹੀ ਨਹੀਂ ਬੰਨਣਾ। ਤੇ ਹੁਣ ਸਾਨੇ ਆਪਾਂ ਸਾਰੇ ਤਾਂ ਬਹੁਤ ਹੀ ਲੱਕੀ ਹੈ, ਬਹੁਤ ਹੀ ਜ਼ਿਆਦਾ ਬੜਭਾਗੀ ਹੈ ਗੁਰਮੁਖੋ, ਕਿ ਆਪਾਂ ਤੋਂ ਨਿਰੰਤਰ ਚਲਦੇ ਵੀ ਅਕਥ ਦਾ ਗਿਆਨ ਲੈਂਦੇ ਹੋਏ ਵੀ, ਕਮਾਉਂਦੇ ਹੋਏ ਵੀ, ਕਿਉਂਕਿ ਆਪਾਂ ਤਾਂ ਤੁੱਛ ਬੁੱਧੀ ਵਾਲੇ ਹੈ ਨਾ, ਆਪਣੀ ਤਾਂ ਮਤ ਬਹੁਤ ਥੋੜੀ ਹੈ ਨਾ, ਫਿਰ ਵੀ ਆਪਾਂ ਤੋਂ ਬਾਰ-ਬਾਰ ਗਲਤੀਆਂ ਹੁੰਦੀਆਂ ਰਹਿੰਦੀਆਂ ਹੈ ਨਾ। ਕੋਈ ਗੱਲ ਨਹੀਂ, ਫਿਰ ਵੀ ਸਾਡਾ ਮਾਰਗਦਰਸ਼ਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਰੰਤਰ ਕਰ ਰਹੇ हैं, और बहुत ही प्यार ਦੇ ਨਾਲ ਬਾਰੰਬਾਰ ਸਾਨੂੰ ਸੋਝੀ ਦੇ ਰਹੇ हैं कि मेरे बच्चे तू समझ जा, इस तरीके नाल चल, और तू डरे ना, क्योंकि मैं तेरे संग हाँ, तू डर ना, जिवें जिवें मैं तेनू दसे जाना उवें उवें फॉलो करदा जा, तू पार हो जाएगा। बस मेरी हजूरी दे विचारां ना छड्डे, जो ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰੈਕਟੀਕਲ ਗਿਆਨ ਹੈ, ਉਹਨੂੰ ਆਪਾਂ ਸਾਰਿਆਂ ਨੇ ਹੀ ਬਹੁਤ ਹੀ ਨਤਮਸਤਕ ਹੋ ਕੇ ਮਨਨ ਕਰਕੇ ਬਾਰੰਬਾਰ ਸਤ ਕਰਕੇ ਮੰਨ ਕੇ ਉਸ ਗਿਆਨ ਨੂੰ ਆਪਣੀ ਝੋਲੀ ਦੇ ਵਿੱਚ ਲੈਣਾ ਹੈ। ਔਰ ਇੱਕ ਬੇਨਤੀ ਨਿਰੰਤਰ ਕਰਨੀ ਹੈ ਕਿ ਅਕਾਲ ਪੁਰਖ ਪਰਮਾਤਮਾ ਸਾਧ ਸੰਗਤ ਦੇ ਵਿੱਚ ਆਪ ਖੁਦ ਲਾਏ ਹੋ, ਬਿਨ ਭਾਗਾ ਵਾਲਿਆਂ ਨੂੰ ਸਤ ਸੰਗਤ ਨਹੀਂ ਮਿਲਣੀ, ਤੇ ਅਸੀਂ ਭਾਗਾ ਵਾਲੇ ਹੈ ਮਾਲਿਕ, ਤੇਰੀ ਕਿਰਪਾ ਹੋਈ ਹੈ। ਤੇ ਅਕਾਲ ਪੁਰਖ ਪਰਮਾਤਮਾ ਬਾਰ-ਬਾਰ ਬੇਨਤੀ ਹੈ ਸੱਚੇ ਪਾਤਸ਼ਾਹ ਕਿ ਹੁਣ ਪਾਰ ਲਗਾ ਲਿਓ, ਮਤ ਬਹੁਤ ਥੋੜੀ ਹੈ, ਸਾਡੇ ਆਪ ਤੇ ਕੁਝ ਨਹੀਂ ਹੋਣਾ। ਤੇ ਗੁਰਮੁਖੋ ਇੰਨੇ ਕੁ ਵਿਚਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਮੁੱਖ ਰੱਖਦੇ ਹੋਇਆ ਕੀਤੀ ਹੈ। ਵਿਚਾਰ ਕਰਦੇ ਹੋਏ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੇ ਸ਼ਬਦ ਘਟ
ਸ਼ਬਦ ਬੋਲੇ ਜਾਂਦੇ ਹੈ, ਆਪ ਤੇ ਗੁਰੂ ਸਾਹਿਬ ਗੁਰਮੁਖੋ ਬਖਸ਼ਣ ਜੋਗ ਹੋ ਬਖਸ਼ ਲੈਣਾ। ਬੁਲਾਓ ਜੀ ਫਤਿਹ ਗੁਰਮੁਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਅਤੇ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਸਾਰਿਆਂ ਤੇ ਕਿਰਪਾ ਕਰਦੇ ਹੋਏ ਸਾਨੂੰ ਅਕਥ ਦਾ ਜੋ ਗਿਆਨ ਹੈ, ਜੋ ਨਿਰੋਲ ਪ੍ਰੈਕਟੀਕਲ ਗਿਆਨ ਹੈ, ਉਹ ਇਸ ਕਲਯੁਗ ਦੇ ਸਮੇਂ ਦੇ ਵਿੱਚ ਗੁਰਮੁਖਾਂ ਦੇ ਰਾਹੀਂ ਪ੍ਰਦਾਨ ਕਰ ਰਹੇ ਸੀ। ਮਾਲਕ ਨੇ ਤਰਸ ਕਰਕੇ, ਕਿਰਪਾ ਕਰਕੇ ਆਪਣਾ ਸਾਰਿਆਂ ਨੂੰ ਹੀ ਇੱਕ ਪਰਿਵਾਰ ਦੇ ਰੂਪ ਵਿੱਚ, ਸੰਗਤ ਦੇ ਰੂਪ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਨੂੰ, ਹੁਕਮ ਨੂੰ, ਗਿਆਨ ਨੂੰ ਮੰਨਣ ਦੇ ਲਈ ਸਾਨੂੰ ਇੱਕ ਸਕੂਲ ਦੇ ਵਿੱਚ ਬਿਠਾ ਕੇ ਸੰਗਤ ਰੂਪ ਦੇ ਵਿੱਚ ਸਾਨੂੰ ਸਾਰਿਆਂ ਨੂੰ ਹੀ ਉਹ ਨਿਰੋਲ ਪ੍ਰੈਕਟੀਕਲ ਗੁਰਮੁਖਾਂ ਦੇ ਪ੍ਰੈਕਟੀਕਲ ਦੇ ਰਾਹੀਂ ਮਾਲਕ ਦੇ ਵੱਲੋਂ ਗਿਆਨ ਦਿੱਤਾ ਜਾ ਰਿਹਾ ਹੈ। ਸੋ ਗੁਰਮੁਖ ਪਿਆਰਿਓ, ਵੱਧ ਤੋਂ ਵੱਧ ਜਿਵੇਂ ਆਪਾਂ ਨੂੰ ਮਾਲਕ ਦੇ ਦੁਆਰਾ ਗੁਰਮੁਖਾਂ ਦੇ ਰਾਹੀਂ ਜੋ ਗਿਆਨ ਦਿੱਤਾ ਜਾ ਰਿਹਾ ਹੈ ਕਿ ਸਿਮਰਨ ਨੂੰ ਵੱਧ ਤੋਂ ਵੱਧ ਦ੍ਰਿੜ ਕਰੋ, ਵਿਧੀ ਦੇ ਅਨੁਸਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਦੇ ਅਨੁਸਾਰ ਜੋ ਜੁਗਤੀਆਂ ਵਿਧੀਆਂ ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਦੱਸੀਆਂ ਗਈਆਂ ਹੈ, ਆਪਦੀ ਮੱਤ ਨੂੰ ਤਿਆਗ ਕੇ ਗੁਰਮੱਤ ਨੂੰ ਅਪਣਾਉਂਦੇ ਹੋਏ ਗੁਰਬਾਣੀ ਗੁਰੂ ਦੇ ਅਨੁਸਾਰ ਪ੍ਰੈਕਟੀਕਲ ਜੀਵਨ ਮਾਲਕ ਦੇ ਅੱਗੇ ਬੇਨਤੀ ਕਰਕੇ ਅਸੀਂ ਉਹ ਜੀਵਨ ਜਾਂਚ ਨੂੰ ਸਿੱਖਣਾ ਹੈ, ਤਾਂ ਜੋ ਕਿਉਂਕਿ ਜੋ ਇਹ ਗਿਆਨ ਹੈ, ਜਿੰਨਾ ਟਾਈਮ ਸਾਡਾ ਆਪਦਾ ਜੀਵਨ ਪ੍ਰੈਕਟੀਕਲ ਨਹੀਂ ਹੁੰਦਾ, ਸਾਨੂੰ ਇਹ ਗਿਆਨ ਲੋਕ ਦਾ ਗਿਆਨ ਤਾਂ ਜ਼ਰੂਰ ਹੋ ਜਾਊਗਾ ਹਕਾਰਾਂ ਦਾ, ਪਰ ਪ੍ਰਲੋਕ ਦਾ ਗਿਆਨ ਨਹੀਂ ਹੋ ਸਕਦਾ, ਕਿਉਂਕਿ ਉਹ ਸਾਰਾ ਹੀ ਗਿਆਨ ਸੂਖਮ ਹੈ। ਸੋ ਅਸੀਂ ਉਸ ਮਨ ਦੀ ਖੋਜ ਕਰਨੀ ਹੈ ਜੋ ਜਿਸ ਦਾ ਸਰੂਪ ਸੂਖਮ ਹੈ, ਜੋ ਆਪ ਸੂਖਮ ਹੈ ਤੇ ਉਸਨੇ ਮਾਲਕ ਦਾ ਸਰੂਪ ਵੀ ਸੂਖਮ ਹੈ। ਸੋ ਉਸਨੇ ਮਾਲਕ ਦੇ ਨਾਲ ਮਿਲਾਪ ਕਰਨ ਲਈ ਜਿਸ ਰਸਤੇ ਤੇ ਤੁਰਨਾ ਹੈ ਉਹ ਵੀ ਸੂਖਮ ਹੈ। ਸੋ ਅਸੀਂ ਆਪਦੇ ਮਨ ਦੀ ਖੋਜ ਕਰਦੇ ਹੋਏ ਗੁਰਬਾਣੀ ਨੂੰ ਮਨ ਦੇ ਲੈਵਲ ਤੇ ਮਨ ਕਰਕੇ ਪੜ੍ਹੀਏ, ਮਨ ਕਰਕੇ ਵਿਚਾਰੀਏ ਤੇ ਸਾਡਾ ਜੋ ਮਨ ਹੈ ਉਹ ਕਮਾਉਣ ਯੋਗ ਹੋ ਜਾਵੇ। ਸੋ ਇੰਨੀਆਂ ਕੁ ਹੀ ਬੇਨਤੀਆਂ ਪ੍ਰਵਾਨ ਕਰਨਾ ਜੀ। ਸਾਡੇ ਤੋਂ ਬੋਲਦਿਆਂ ਹੋਇਆਂ ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ, ਆਪ ਸੰਗਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ਣ ਜੋਗ ਬਖਸ਼ ਲੈਣਾ ਜੀ। ਗੁਰਮੁਖ ਪਿਆਰਿਓ, ਦੂਸਰੀ ਬੇਨਤੀ ਇਹ ਹੈ ਕਿ ਜਿਵੇਂ ਅਸੀਂ ਹਰ ਰੋਜ਼ ਹੀ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਆਪਦੇ ਹੁਣ ਮਾਲਕ ਦੀ ਕਿਰਪਾ ਦੇ ਦੁਆਰਾ ਆਪਣੇ 2 ਹੋਰ ਗਰੁੱਪ ਸਕਾਈਪ ਤੇ ਜੁੜ ਚੁੱਕੇ ਨੇ। ਗੁਰਮੁਖ ਪਿਆਰਿਓ, ਜਿਨ੍ਹਾਂ ਗੁਰਮੁਖਾਂ ਨੂੰ ਸਿਮਰਨ ਕਰਵਾਉਣ ਦੇ ਲਈ ਹੋਰ ਸਮਾਂ ਚਾਹੀਦਾ ਹੈ, ਉਹ ਗੁਰਮੁਖ ਲਿੰਕ ਭੇਜੇ ਜਾ ਚੁੱਕੇ ਨੇ। ਉਹਨਾਂ 2 ਨਵੇਂ ਗਰੁੱਪਾਂ ਦੇ ਵਿੱਚ ਜੁੜ ਕਰਕੇ ਅੰਮ੍ਰਿਤ ਵੇਲਾ ਗਰੁੱਪ ਇੰਡੀਆ, ਸਚਨਾਉ ਵਡਿਆਈ ਵਿਚਾਰ ਗਰੁੱਪ, ਉੱਥੇ ਵੱਧ ਤੋਂ ਵੱਧ ਸੇਵਾ ਕਰੋ ਜੀ, ਡਿਊਟੀ ਲਓ। ਤੇ ਦੂਸਰੇ ਜੋ ਨਵੀਂ ਸੰਗਤ ਹੈ, ਆਪਦੇ ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ, ਉਹਨਾਂ ਨੂੰ ਵੀ ਇਹ ਲਿੰਕ ਜ਼ਰੂਰ ਸੈਂਡ ਕਰੋ, ਤਾਂ ਜੋ ਸੰਗਤ ਰੂਪ ਦੇ ਵਿੱਚ ਅਸੀਂ ਇਕੱਠੇ ਹੋ ਕੇ ਆਪਦੇ ਮਨੁੱਖਾ ਜਨਮ ਦੀ ਜੋ ਬਾਰੀ ਮਿਲੀ ਹੈ ਉਹਦਾ ਲਾਹਾ ਲੈ ਸਕੀਏ ਤੇ ਵੱਧ ਤੋਂ ਵੱਧ ਸਿਮਰਨ ਦੇ ਵਿੱਚ ਜੁੜ ਕਰਕੇ ਆਪਦੇ ਸਵਾਸ ਜੋ ਨੇ ਉਹਨਾਂ ਨੂੰ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਕਰਾ ਸਕੀਏ। ਨਾਲ ਹੀ ਨਾਲ ਗੁਰਮੁਖ ਪਿਆਰਿਓ, ਯੂਟਿਊਬ ਦੇ ਰਾਹੀਂ ਵੀ ਤੇ ਫੇਸਬੁੱਕ ਦੇ ਰਾਹੀਂ ਵੀ ਗੁਰਮੁਖ ਪਿਆਰਿਓ, ਜਿਨ੍ਹਾਂ ਗੁਰਮੁਖਾਂ ਨੇ ਸਿਮਰਨ ਦੇ ਵਿੱਚ ਲਾਹਾ ਲੈਣਾ ਹੈ, ਜਿਨ੍ਹਾਂ ਦਾ ਸਕਾਈਪ ਤੇ ਅਕਾਊਂਟ ਨਹੀਂ ਹੈ ਜਾਂ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਹੈ ਕਿਵੇਂ ਸਕਾਈਪ ਨੂੰ ਯੂਜ਼ ਕਰਨਾ ਹੈ, ਉਹ ਯੂਟਿਊਬ ਦੇ ਰਾਹੀਂ ਜਾ ਸਕਦੇ ਨੇ। ਤੇ ਜਿਨ੍ਹਾਂ ਗੁਰਮੁਖਾਂ ਦੇ ਕੋਲ ਫੇਸਬੁੱਕ ਅਕਾਊਂਟ ਹੈ, ਉਹ ਫੇਸਬੁੱਕ ਦੇ ਰਾਹੀਂ ਵੀ ਜਾ ਸਕਦੇ ਨੇ। ਸੋ ਗੁਰਮੁਖ ਪਿਆਰਿਓ, ਅਸੀਂ ਆਪ ਵੀ ਜਪਣਾ ਹੈ ਤੇ ਦੂਸਰਿਆਂ ਨੂੰ ਵੀ ਨਾਲ, ਦੂਸਰੇ ਜੋ ਭੈਣ ਭਰਾ ਨੇ, ਮਨ ਬੱਚੇ ਨੇ, ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਹੈ। ਇੰਨੀ ਕੁ ਹੀ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖ ਪਿਆਰਿਓ, ਜਿਨ੍ਹਾਂ ਗੁਰਮੁਖਾਂ ਦੀ ਸਿਮਰਨ ਕਰਵਾਉਣ ਦੀ ਡਿਊਟੀ ਹੈ, ਗੁਰਮੁਖ ਆਪ ਦੀ ਕਾਲ ਨੂੰ ਅਨਮਿਊਟ ਕਰੋ। ਹਾਂਜੀ, ਕਰੋ ਜੀ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।